ਵੌਇਸ ਆਫ ਇੰਡੀਆ ਤੋਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ, ਕਲਮਾਂ ਦੇ ਕਾਫਲੇ। ਔਰ ਸਾਡੇ ਨਾਲ ਅੱਜ ਸਾਡੇ ਵਿਸ਼ੇਸ਼ ਮਹਿਮਾਨ ਨੇ ਗੁਰਨਿੰਦਰ ਬਲ ਜੀ। ਸਤਿ ਸ਼੍ਰੀ ਅਕਾਲ ਬਲ ਸਾਹਿਬ। ਐਮ ਪੀ ਭਾਜੀ, ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ, ਅਤੇ ਨਾਲ ਹੀ ਨਾਲ ਧੰਨਵਾਦ ਵੌਇਸ ਆਫ ਇੰਡੀਆ ਦਾ ਜੀ, ਕਿਉਂਕਿ ਤੁਹਾਡੇ ਜ਼ਰੀਏ ਅਸੀਂ ਲੋਕਾਂ ਤੱਕ ਪਹੁੰਚਦੇ ਹਾਂ। ਬਿਲਕੁਲ ਜੀ, ਬਿਲਕੁਲ। ਇਹ ਬਲ ਸਾਹਿਬ, ਜਿਵੇਂ ਦਾ ਪ੍ਰੋਗਰਾਮ ਦਾ ਨਾਂ ਹੀ ਕਲਮਾਂ ਦਾ ਕਾਫਲਾ। ਹਾਂਜੀ ਹਾਂਜੀ। ਅਤੇ ਨੈਚੁਰਲੀ ਗੱਲ ਫਿਰ ਕਲਮਾਂ ਦੀ ਹੋਊਗੀ, ਲਿਖਤ ਦੀ ਗੱਲ ਹੋਊਗੀ। ਪਰ ਮੈਂ ਤੁਹਾਡੇ ਬਾਰੇ ਥੋੜ੍ਹਾ ਜਿਹਾ ਜਾਣਦਾ, ਤੁਹਾਡੀ ਬੈਕਗਰਾਊਂਡ, ਕਿ ਤੁਸੀਂ ਇੰਡੀਆ ਵਿੱਚ ਜਦੋਂ ਜਵਾਨੀ ਦੀ ਦਰੀਜ ਤੇ ਪੈਰ ਰੱਖਿਆ, ਹਾਂਜੀ ਹਾਂਜੀ, ਤਦ ਤੁਹਾਨੂੰ ਲੋਕਾਂ ਨੇ ਫਿਲਮਾਂ ਵਿੱਚ ਵੇਖਿਆ ਬਤੌਰ ਕਮੇਡੀਅਨ। ਬਿਲਕੁਲ ਜੀ, ਬਿਲਕੁਲ। ਤੁਸੀਂ ਨਾਟਕਾਂ 'ਤੇ ਕੰਮ ਕੀਤਾ, ਫਿਲਮਾਂ 'ਚ ਕੰਮ ਕੀਤਾ, ਜਿਹੜਾ ਉਹ 'ਤੇ ਚਾਨਣਾ ਪਾਓ, ਫਿਰ ਆਪਾਂ ਕਲਮ ਦੀ ਵੀ ਗੱਲ ਕਰਾਂਗੇ। ਉਹ ਜੀ ਐਮ ਪੀ ਭਾਜੀ ਦੌਰ ਸ਼ੁਰੂ ਹੋ ਗਿਆ, ਜੋ ਕਾਲਜ ਪੈਰ ਪਾਈ ਦਾ, ਤੁਹਾਨੂੰ ਪਤਾ ਹਰ ਬੰਦੇ ਦਾ ਇੰਟਰਸਟ ਹੁੰਦਾ ਕਿ ਮੈਂ ਫੇਮ ਹੋਵਾਂ। ਉਹ ਫੇਮ ਹੋਣ ਦੇ ਦੋ ਹੀ ਤਰੀਕੇ ਹੁੰਦੇ ਆ, ਵੀ ਜਾਂ ਤਾਂ ਤੁਸੀਂ ਗੁੰਡਾਗਰਦੀ ਕਰ ਲਓ, ਅਤੇ ਜਾਂ ਸਟੇਜ 'ਤੇ ਜਾਓ, ਜਾਂ ਭੰਗੜੇ 'ਚ ਚਲੇ ਜਾਓ, ਗਾਇਕੀ 'ਚ ਚਲੇ ਜਾਓ, ਸਪੋਰਟਸ ਚਲੇ ਜਾਓ, ਉਹ ਵੀ ਫੇਮ ਹੋ ਜਾਂਦੇ ਆ। ਜਾਂ ਪੜ੍ਹਾਈ ਵਿੱਚ ਚੰਗੇ ਨੰਬਰ ਆ ਜਾਣ, ਪੜ੍ਹਾਈ 'ਚ ਚੰਗੇ ਨੰਬਰ ਆ ਜਾਣ, ਅਤੇ ਆਪਾਂ ਹੁਣ ਪਿੰਡ ਚਰਚਾ ਹੁੰਦੀ ਹੈ। ਚਰਚਾ ਹੁੰਦੀ, ਪਰ ਆਪਾਂ ਪਿੰਡ ਦੇ ਸਕੂਲ ਤੋਂ ਪੜ੍ਹੇ ਸਾਂ। ਅੱਛਾ ਅੱਛਾ। ਘਰਦਿਆਂ ਨੇ ਕਿਹਾ ਜੀ ਪੁੱਤ ਡਾਕਟਰ ਬਣਨਾ। ਅੱਛਾ ਜੀ। ਆਪਾਂ ਮੈਡੀਕਲ ਰੱਖ ਲਿਆ। ਹੁਣ ਬੰਦਾ ਪੰਜਾਬੀ ਸਕੂਲ ਤੋਂ ਪੜ੍ਹਿਆ ਹੋਵੇ ਤਾਂ ਉਹਨੂੰ ਅੰਗਰੇਜ਼ੀ ਇਸ ਤਰ੍ਹਾਂ ਹੀ ਲੱਗਦੀ ਕਿ ਜਿਵੇਂ ਹਿੰਦੀ ਤੇ ਸੰਸਕ੍ਰਿਤ ਔਖੀ ਲੱਗਦੀ ਆ, ਚੌਥੀ ਪੰਜਵੀਂ ਤੋਂ ਜਦੋਂ ਅਸੀਂ 6ਵੀਂ 'ਚ ਆਉਂਦੇ ਆ। ਹਾਂਜੀ ਹਾਂਜੀ। ਤੇ ਕਾਲਜ ਜਾਂਦਾ ਇੱਕਦਮ ਹੀ ਇੰਗਲਿਸ਼ ਸਭ ਕੁਝ ਹੋ ਗਿਆ। ਸਾਨੂੰ ਪਤਾ ਲੱਗਾ ਵੀ ਭਾਜੀ ਪੜ੍ਹਾਈ 'ਚ ਤਾਂ ਤੁਸੀਂ ਬਹੁਤ ਮਾਹਰ ਜੇ, ਤੁਸੀਂ ਕੋਈ ਹੋਰ ਪ੍ਰੋਫੈਸ਼ਨ, ਹੋਰ ਕੋਈ ਕੰਮ ਕਰ ਲਓ। ਠੀਕ। ਫਿਰ ਮੈਂ ਉਦੋਂ ਪਹਿਲੀ ਵਾਰ ਭਾਜੀ ਮੇਰੇ ਖਿਆਲ 2000 ਨਹੀਂ, ਸੌਰੀ 2000 ਨਹੀਂ, 1985 'ਚ 85 'ਚ ਪਹਿਲੀ ਵਾਰ ਮੈਂ ਛੋਟੀ ਜਿਹੀ ਸਟੇਜ ਤੇ ਚੜਿਆ। ਤੇ ਉਦੋਂ ਕਾਲਜ ਦੀ ਸਟੇਜ ਤੇ? ਕਾਲਜ ਦੀ ਸਟੇਜ। ਕਿਹੜੇ ਕਾਲਜ ਦੀ ਸਟੇਜ? ਡੀਏਵੀ ਕਾਲਜ ਦੀ ਸੀ। ਡੀਏਵੀ ਕਾਲਜ ਅੰਮ੍ਰਿਤਸਰ। ਠੀਕ ਹੈ। ਉਹ ਮਤਲਬ ਕਿ ਉਹ ਸਮਝੋ ਕਿ ਜਿਸ ਤਰ੍ਹਾਂ ਹੁੰਦਾ ਨਾ, ਕਈ ਵਾਰ ਕਿ ਤੁਸੀਂ ਕੋਈ ਚੀਜ਼ ਵੀ ਲੈਣ ਜਾਣੀ ਆ, ਜਾਂ ਕੋਈ ਦੇਣ ਵੀ ਜਾਣੀ ਆ, ਜਾਂ ਕਿਸੇ ਨਾਟਕ 'ਚ ਹਲਕਾ ਜਿਹਾ ਵੀ ਹਿੱਸਾ ਲੈਣਾ। ਉਹ ਅਸੀਂ ਨਾਟਕ ਸੀ ਚਿੱਟਾ ਲਹੂ, ਸ਼ੁਰੂਆਤ ਹੋਈ ਸੀ। ਹਾਂਜੀ ਹਾਂਜੀ। ਠੀਕ ਹੈ। ਤੇ ਉਹਦੇ ਵਿੱਚ ਛੋਟਾ ਜਿਹਾ ਮੇਰਾ ਪਾਰਟ ਸੀ, ਲੇਕਿਨ ਉਹਦੇ 'ਚ ਵੀ ਮੇਰੀਆਂ ਇੰਨੀਆਂ ਕੁ ਲੱਤਾਂ ਕੰਮੀਆਂ, ਇੰਨਾ ਕੁਝ। ਅੱਛਾ। ਮਤਲਬ ਉਹ ਵੈਸੇ ਤਾਂ ਨੈਗੇਟਿਵ ਪਾਸੇ ਮੈਨੂੰ ਲਿਜਾ ਸਕਦਾ ਵੀ ਭਾਈ ਛੱਡ, ਤੇਰੇ ਵਾਸਤਾ ਰੋਗ ਨਹੀਂ। ਕਿਹਾ ਵੀ ਬੜਿਆਂ ਨੇ ਵੀ ਯਾਰ ਜਿੰਨੀਆਂ ਤੇਰੀਆਂ ਲੱਤਾਂ ਕੀਰਤਨ ਕਰ ਰਹੀਆਂ, ਤੂੰ ਭਾਈ ਇਹ ਕੰਮ ਛੱਡ ਦੇ। ਅੱਛਾ। ਪੜ੍ਹ ਜਾਂ ਹੋਰ ਕੋਈ ਕੰਮ ਕਰ ਲਾ। ਪੜ੍ਹਨ ਵਾਲਾ ਪਾਸਾ ਤੁਸੀਂ ਬੰਦ ਕੀਤਾ ਪਹਿਲਾਂ ਹੀ? ਨਹੀਂ, ਉਹ ਮਤਲਬ ਇਹਨੇ ਇੰਟੈਲੀਜੈਂਟ। ਠੀਕ ਹੈ, ਠੀਕ ਹੈ। ਅੱਛਾ, ਚਲੋ ਜਦੋਂ ਤੁਸੀਂ ਸਟੇਜ ਤੇ ਜਾਣਾ ਸ਼ੁਰੂ ਕੀਤਾ, ਤੇ ਫਿਰ ਰੋਲ ਕਿੱਦਾਂ ਦੇ? ਜਿਹੜੀ ਗੱਲ ਮੈਂ ਪਹਿਲਾਂ ਤੁਹਾਡੀ ਇੰਟਰੋਡਕਸ਼ਨ 'ਚ ਕਹੀ, ਕਮੇਡੀਅਨ ਵਾਲੇ ਹੀ ਕੀਤੇ ਸਾਰੇ? ਨਹੀਂ ਜੀ, ਵੇਖੋ ਆਪਾਂ ਜਦੋਂ ਸ਼ੁਰੂਆਤ ਕਰਦੇ ਹਾਂ ਨਾ, ਉਦੋਂ ਕੋਈ ਚੁਆਇਸ ਨਹੀਂ ਹੁੰਦੀ। ਸਾਡੇ ਬੈਗਰਸ ਆਰ ਨਾਟ ਚੂਜ਼ਰਸ। ਜਦੋਂ ਅਸੀਂ ਆਪ ਤੇ ਮੰਗ ਕੇ ਰੋਲ ਲੈਣੇ ਵੀ ਭਾਜੀ ਮੈਨੂੰ ਕਰਾ ਲਓ, ਫਿਰ ਪਹਿਲੀ ਤੁਹਾਡੀ ਪਰਫਾਰਮੈਂਸ ਮਾੜੀ ਗਈ ਹੋਵੇ, ਉਦੋਂ ਬਾਅਦ ਮੈਨੂੰ ਨਾ ਪਹਿਲੇ ਫੈਸਟੀਵਲ 'ਚ ਕੰਮ ਮਿਲਿਆ। ਅੱਛਾ ਜੀ। ਨਾ ਦੂਜੇ 'ਚ ਹੀ ਮਿਲਿਆ। ਅੱਛਾ ਜੀ। ਫੈਸਟੀਵਲ ਜਿਹੜੇ ਯੂਥ ਫੈਸਟੀਵਲ ਹੁੰਦੇ ਆ ਕਾਲਜਾਂ ਯੂਨੀਵਰਸਿਟੀਆਂ ਦੇ ਹੁੰਦੇ, ਉੱਥੇ ਕਰੀਮ ਲੈਂਦੇ ਨੇ। ਤੇ ਐਵੇਂ ਮੈਂ ਤੁਹਾਨੂੰ ਹੁਣ ਇੱਥੇ ਗੱਪ ਮਾਰਦਾ ਜੀ, ਮੈਂ ਉਹਦੇ 'ਚ ਧੱਕੇ ਨਾਲ ਮਾਰ ਕੇ ਬੜਾ ਕੋਸ਼ਿਸ਼ ਕੀਤੀ। ਇਹਨੇ ਮੈਂ ਕੋਸ਼ਿਸ਼ ਨਹੀਂ ਕੀਤੀ, ਮੈਂ 2 ਵਾਰ ਆਡੀਸ਼ਨ। ਮਿਹਨਤ ਤਾਂ ਖੈਰ ਕਰਨੀ ਹੀ ਪੈਂਦੀ ਹੈ ਨਾ। ਹਾਂਜੀ। ਤੇ ਚਲੋ ਹੁਣ ਆਪਾਂ ਉਸ ਗੱਲ ਤੇ ਵੀ, ਕਮੇਡੀਅਨ ਵਾਲਾ ਵੈਸੇ ਸਬਜੈਕਟ ਤੁਹਾਨੂੰ ਕਿੱਦਾਂ ਪਸੰਦ ਲੱਗਾ? ਹਾਂਜੀ, ਇਹ ਮੈਂ ਤੁਹਾਨੂੰ ਦੱਸਦਾ ਨਾ ਕਿ ਜਦੋਂ ਉੱਥੇ ਮੇਰੀ ਦਾਲ ਨਾ ਗਲੀ, ਫਿਰ ਮੈਂ ਜਦੋਂ ਫਾਰਮੇਸੀ ਕਾਲਜ 'ਚ ਆ ਗਿਆ, ਉੱਥੇ ਮੇਰੀ ਪਹਿਲੇ ਸਾਲ ਹੀ ਦਾਲ ਗਲ ਗਈ। ਅੱਛਾ ਜੀ। ਹਾਂਜੀ। ਉਹ ਸੀ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਅੰਡਰ। ਤੇ ਉਹਦੇ ਵਿੱਚ ਇਹ ਹੋਇਆ ਕਿ ਮੈਨੂੰ ਕਹਿੰਦੇ ਕਿ ਤੁਸੀਂ ਸਟੇਜ ਸੈਕਟਰੀ ਦਾ ਕੰਮ ਕਰਨਾ, ਕਿਉਂਕਿ ਸਾਡੇ ਉੱਥੇ ਨਾਟਕਾਂ ਦਾ ਫਾਰਮੇਸੀ ਵਿੰਗ 'ਚ ਕੰਮ ਨਹੀਂ ਸੀ, ਤੇ ਆਰਟ ਵਾਲੇ ਪਾਸੇ ਜਾਣ ਨਹੀਂ ਸੀ ਦਿੰਦੇ, ਕਿਉਂਕਿ ਔਖਾ ਹੁੰਦਾ ਫਾਰਮੇਸੀ। ਉਹ ਸਟੇਜ ਸੈਕਟਰੀ ਦਾ ਮੈਨੂੰ ਮਿਲ ਗਿਆ। ਮੈਂ ਉੱਥੇ ਨਾਲ ਹੀ ਸਕਿੱਟਾਂ, ਨਾਲ ਹੀ 1-2 ਗੀਤ ਟੁੱਟ ਕੇ ਨਾਲ ਜੋੜੀ ਜਾਣੇ, ਜਿਹੜੇ ਵੀ ਦਿਮਾਗ 'ਚ ਆਏ। ਕਿ ਜਦੋਂ ਉਹ ਜਿਹੜਾ ਅੰਦਰ ਦਾ ਗਰੁੱਪ ਸੀਗਾ ਸਾਰਾ ਮੇਰਾ 2 ਸਾਲ ਦਾ ਭਰਿਆ, 3 ਸਾਲ ਦਾ, ਅੱਛਾ ਅੱਛਾ, ਉਹ ਮੈਂ ਸਾਰਾ ਕੱਢਤਾ ਜੀ ਉੱਥੇ। ਵੈਰੀ ਗੁੱਡ। ਪਹਿਲੇ ਸਾਲ ਹੀ? ਠੀਕ ਹੈ। ਸਿੱਧੂ ਸਾਹਿਬ ਸਾਡੇ ਪ੍ਰਿੰਸੀਪਲ ਸੀ, ਉਹ ਕਹਿੰਦੇ ਤੈਨੂੰ ਤੇ ਫਾਰਮੇਸੀ ਵੀ ਅੰਮ੍ਰਿਤਸਰ ਵਿੱਚ ਕੀਤੀ? ਨਹੀਂ, ਫਾਰਮੇਸੀ ਮੈਂ ਕੀਤੀ ਜੀ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ। ਠੀਕ। ਤੇ ਸਿੱਧੂ ਸਾਹਿਬ ਸਾਡੇ ਪ੍ਰਿੰਸੀਪਲ ਸੀ, ਉਹ ਕਹਿੰਦੇ ਵੀ ਤੈਨੂੰ ਤੇ ਕਾਕਾ ਡਰਾਮੇ 'ਚ ਜਾਣਾ ਚਾਹੀਦਾ, ਤੂੰ ਤਾਂ ਡਰਾਮੇ ਵਾਲਾ ਬੰਦਾ, ਤੂੰ ਇੱਧਰ ਕੀ ਕਰ ਰਿਹਾ? ਮੈਂ ਕਿਹਾ ਵੀ ਬੰਦਾ ਤਾਂ ਚਿੱਤੇ ਹੀ ਫਸ ਗਿਆ ਵੀ ਜੇ ਮੈਂ ਉੱਧਰ ਜਾਣਾ ਤੇ ਉਹ ਕਹਿੰਦੇ ਉਹ ਨਹੀਂ ਕਰਨਾ ਚਾਹੀਦਾ, ਇੱਧਰ ਜਾਣਾ ਕਹਿੰਦੇ ਇਹ ਨਹੀਂ ਕਰਨਾ ਚਾਹੀਦਾ। ਉਦੋਂ ਬਾਅਦ ਇੱਕਦਮ ਉਹ ਕਹਿੰਦੇ ਵੀ ਜੇ ਡਰਾਮੇ 'ਚ ਜਾਣਾ ਤਾਂ ਤੈਨੂੰ ਕਮੇਡੀ ਰੋਲ ਬੜੇ ਵਧੀਆ ਫੱਬਦੇ ਨੇ, ਕਿ ਤੇਰੇ ਪੰਚ ਬੜੇ ਵਧੀਆ ਨੇ। ਅੱਛਾ। ਉਦੋਂ ਮੈਨੂੰ ਪਹਿਲੀ ਵਾਰ ਉਦੋਂ ਪਤਾ ਲੱਗਾ ਵੀ ਪੰਚ ਵੀ ਹੁੰਦੇ ਨੇ ਕਮੇਡੀ 'ਚ। ਠੀਕ ਹੈ। ਫਿਰ ਉਦੋਂ ਬਾਅਦ ਲਗਾਤਾਰ ਫਿਰ ਸਿਲਸਿਲਾ ਚੱਲ ਗਿਆ। ਫਿਰ ਹੌਲੀ ਹੌਲੀ ਮੈਂ ਥੀਏਟਰ ਸ਼ੁਰੂ ਕਰ ਲਿਆ ਆ ਕੇ। ਮੈਂ, ਗੁਰਭੇਜ ਰੰਧਾਵਾ, ਅਸੀਂ ਸਾਰਿਆਂ ਨੇ ਸਟਾਰਟਿੰਗ ਕੀਤੀ ਸੀ ਤੇ ਅੰਮ੍ਰਿਤਸਰ ਥੀਏਟਰ ਦੇ ਨਾਲ। ਫਿਰ ਮੇਰਾ ਤੇ ਗੁਰਭੇਜ ਰੰਧਾਵੇ ਦਾ ਜਿਹੜਾ ਅੱਜ ਕੱਲ੍ਹ ਤੁਸੀਂ ਵੇਖਣਾ, ਉਹਦਾ ਚੈਨਲ ਵੀ ਚੱਲਦਾ ਆ, ਤੇ ਉਹਦੇ ਪੰਜਾਬੀ ਫਿਲਮਾਂ 'ਚ ਵੀ ਕਰਦਾ ਆ, ਤੇ ਸੀਰੀਜ਼ ਵੀ ਚੱਲਦੀਆਂ ਨੇ। ਚਾਚਾ ਅੰਮ੍ਰਿਤਸਰੀਆ ਉਹਦਾ ਕਰੈਕਟਰ ਬਣਾਇਆ ਸੀ। ਮੇਰਾ ਨਾਂ ਫਿਰ ਕਾਕਾ ਬਲ ਸੀਗਾ। ਫਿਰ ਅਸੀਂ ਕਮੇਡੀ ਜੋੜੀ ਤਿਆਰ ਕਰ ਲਈ।
ਠੀਕ ਹੈ। ਉਹ ਕਮੇਡੀ ਜੋੜੀ ਨੇ ਐਸਾ ਪਰਮਾਤਮਾ ਦੀ ਕਿਰਪਾ ਕੀਤੀ ਕਿ ਮੇਰੀ ਪਹਿਲੀ ਜਿਹੜੀ ਟੇਪ ਸੀ ਆਡੀਓ, ਉਹ ਮੈਂ ਕੰਪਨੀ ਦਾ ਨਾਂ ਨਹੀਂ ਲਵਾਂਗਾ ਕਿਉਂਕਿ ਕੰਪਨੀ ਨੇ ਬਾਅਦ ਚੋਂ ਦੀ ਮਸ਼ਹੂਰੀ ਬਹੁਤ ਨਹੀਂ ਕੀਤੀ, ਘੱਟ ਕੀਤੀ ਸੀ। ਅੱਛਾ ਅੱਛਾ। ਉਹਦੇ ਚ ਆਈ ਕੰਪਨੀ ਦੀ ਮਸ਼ਹੂਰੀ ਨਹੀਂ ਕਰਨੀ, ਕੰਪਨੀ ਦੀ ਮਸ਼ਹੂਰੀ ਨਹੀਂ ਕਰਨੀ। ਉਹਦੇ ਚ ਆਈ ਸੀ ਜੱਬਲੀਆਂ ਜੱਟ ਦੀਆਂ, ਚੰਡੀਗੜ੍ਹ ਦੀ ਕੰਪਨੀ ਸੀ। ਉਹ ਕੁਦਰਤੀ ਚੱਲ ਗਈ। ਕੁਦਰਤੀ ਇਸ ਕਰਕੇ ਚੱਲ ਗਈ ਕਿ ਉਹ 'ਚ ਇੱਕ ਜੀ ਆਇਆਂ ਨੂੰ ਸੀ, ਜੀ ਆਇਆਂ ਨੂੰ ਪੜ੍ਹੇ ਲਿਖੇ ਤੇ ਅਨਪੜ੍ਹ ਪੰਜਾਬੀਆਂ ਨੂੰ, ਅਮਲੀਆਂ ਸਮੈਕੀਆਂ ਆਸ਼ਕਾਂ ਤੇ ਸ਼ਰਾਬੀਆਂ ਨੂੰ, ਬੱਸ ਅੱਡੇ ਤੇ ਖੜੇ ਸਾਰੇ ਧੂੜ ਭੱਕ ਆਸ਼ਕ ਵੀਰਾਂ ਨੂੰ, ਕੈਪਸੂਲ ਖਾਣੇ ਰਾਂਝਿਆਂ ਨੂੰ ਤੇ ਫੈਂਸੀ ਪੀਣਿਆਂ ਹੀਰਾਂ ਨੂੰ। ਇਹ ਉਹਨਾਂ 2009-10 ਦੀ ਗੱਲ ਹੈ ਜਦੋਂ ਇਹ ਚੀਜ਼ਾਂ ਚੱਲਣੀਆਂ ਸ਼ੁਰੂ ਹੋਈਆਂ ਸੀ। ਅਜੇ ਮਾਰਕੀਟ 'ਚ ਆਈਆਂ ਸੀ, ਅਜੇ ਮਾਰਕੀਟ ਆਈਆਂ ਸ਼ੁਰੂ ਹੋਈਆਂ ਸੀ। ਜੀ ਆਇਆਂ ਨੂੰ, ਵੈਲਕਮ ਹੈ ਪੜ੍ਹੇ ਲਿਖੇ ਤੇ ਸਾਰੇ ਅਨਪੜ੍ਹ ਲੀਡਰਾਂ ਨੂੰ, ਮੋਟੀ ਕਮਾਈ ਕਰਦੇ ਉਹਨਾਂ ਦੇ ਪੀਏ ਕਲਰਕ ਤੇ ਲੀਡਰਾਂ ਨੂੰ। ਵਾਹ। ਇਹ ਚੀਜ਼ਾਂ ਉਦੋਂ ਜੇ ਇਹ ਹਾਈਲਾਈਟ ਨਹੀਂ ਹੋਈਆਂ, ਮੇਰੀ ਕੈਸਟ ਨਾਲ ਇਹ ਚੀਜ਼ਾਂ ਹਾਈਲਾਈਟ ਹੋਈਆਂ ਕਿਉਂਕਿ ਇਹ ਚੀਜ਼ਾਂ ਪਹਿਲਾਂ ਭਗਵੰਤ ਕਰਦਾ ਸੀ। ਭਗਵੰਤ ਮਾਨ, ਹਾਂ ਭਗਵੰਤ ਮਾਨ ਕਰਦਾ ਸੀ, ਹੋਰ ਕੋਈ ਨਹੀਂ ਸੀ ਕਰਦਾ। ਭੱਲਾ ਸਾਹਿਬ ਦਾ ਸਟਾਇਲ ਦਾ ਦੂਜਾ ਟਾਈਪ ਸੀ, ਦੂਜਿਆਂ ਦਾ ਦੂਜਾ ਟਾਈਪ ਸੀ। ਇਹਦੇ ਨਾਲ ਨੈਚੁਰਲੀ ਇਕਨੋਮਿਕਲੀ ਵੀ ਅਸੀਂ ਸਾਊਂਡ ਹੋਏ, ਸਾਨੂੰ ਪੈਸਾ ਤੇ ਲੱਭਣ ਲੱਗ ਪਿਆ, ਬਣ ਲੱਗ ਪਿਆ ਜੀ, ਬਣ ਲੱਗ ਪਿਆ। ਲਹਿਰਾਂ ਬਹਿਰਾਂ ਹੋ ਗਈਆਂ। ਹਾਂ, 2 ਸੀਰੀਅਲ ਮਿਲ ਗਏ, ਫਿਰ ਤਫਤੀਸ਼ ਟੀਵੀ ਸੀਰੀਅਲ ਦੂਰਦਰਸ਼ਨ ਤੇ ਜਲੰਧਰ। ਹਾਂ, ਉਦੋਂ ਮਤਲਬ ਕਿ ਤੁਸੀਂ ਗੁਰੂ ਹੁੰਦੇ ਹੋ ਜਿਹੜਾ ਦੂਰਦਰਸ਼ਨ ਤੇ ਕੰਮ ਕਰਦਾ ਸੀ, ਉਹਨਾਂ ਲੋਕੀ ਸਾਡੇ ਨਾਲ ਫੋਟੋਆਂ ਵੀ ਲਾਉਂਦੇ ਸੀ। ਹਾਂ ਬਿਲਕੁਲ ਬਿਲਕੁਲ। ਦੂਰਦਰਸ਼ਨ ਦੇ ਵੈਸੇ ਵੀ ਜਿਹੜੇ ਵੀ ਜਿੰਨੇ ਵੀ ਸਿੰਗਰ ਜਾਂ ਕਲਾਕਾਰ ਹੋਏ ਆ, ਬਿਲਕੁਲ ਜੀ, ਤੁਸੀਂ ਉਹਨਾਂ ਨੂੰ ਬੜਾ ਮੌਕਾ ਦਿੱਤਾ। ਹਾਂ, ਇੱਕ ਤਰ੍ਹਾਂ ਤੁਸੀਂ ਸਮਝੋ ਆ ਗਏ ਦੂਰਦਰਸ਼ਨ ਤੇ, ਉਦੋਂ ਬਾਅਦ ਕੰਮ ਨਹੀਂ ਸੀ ਮੁੱਕਦਾ ਤੁਹਾਡੇ ਕੋਲ। ਕੰਮ ਇਸ ਤਰ੍ਹਾਂ ਨਹੀਂ ਮੁੱਕਦਾ ਕਿ ਚਾਹੇ ਸ਼ਾਮ 84 ਦਾ ਮੇਲਾ ਹੋਵੇ, ਚਾਹੇ ਹਾਸ਼ਮ ਸ਼ਾਹ ਯਾਦਗਾਰੀ ਜਗਦੇਵ ਕਲਾਂ ਦੇ ਜਿਹੜੇ ਜਿੰਨੇ ਵੱਡੇ ਮੇਲੇ ਨੇ, ਚਾਹੇ ਪ੍ਰੋਫੈਸਰ ਮੋਹਨ ਸਿੰਘ ਦਾ ਮੇਲਾ ਜਸੋਵਾਲ ਸਾਹਿਬ ਨੇ ਕਰਾਇਆ। ਫਿਰ ਸਾਰੇ ਹੁੰਦਾ ਕਿ ਜਦੋਂ ਤੁਸੀਂ ਇੱਕ ਵਾਰ ਸ਼ੁਰੂ ਹੋ ਜਾਂਦੇ ਜੀ, ਪਹਿਲਾਂ ਤਾਂ ਤੁਸੀਂ ਕਰਦੇ ਫ੍ਰੀ, ਫਿਰ ਤੁਸੀਂ ਦੂਜੇ ਪਾਸੇ ਆ ਜਾਂਦੇ ਵੀ ਭਾਜੀ ਦੱਸੋ। ਅੱਛਾ, ਤੁਸੀਂ ਥੀਏਟਰ 'ਚ ਕੰਮ ਕੀਤਾ, ਫਿਰ ਟੀਵੀ ਤੇ ਮੌਕਾ ਮਿਲਿਆ। ਹਾਂਜੀ ਹਾਂਜੀ। ਫਿਲਮਾਂ 'ਚ ਵੀ ਤੁਹਾਨੂੰ ਚੰਗਾ ਕੰਮ ਮਿਲਿਆ? ਹਾਂ, ਫਿਲਮਾਂ 'ਚ ਚੰਗਾ ਨਹੀਂ ਮੈਂ ਕਹਿ ਸਕਦਾ ਜੀ, ਫਿਲਮਾਂ 'ਚ ਥੋੜਾ ਕੰਮ ਕੀਤਾ। ਕਿਹੜੀ ਫਿਲਮ 'ਚ ਕੰਮ ਕੀਤਾ? ਟੈਲੀ ਫਿਲਮ ਸੀਗੀ ਇੱਕ, ਚੇਤਾਵਨੀ। ਅੱਛਾ ਜੀ। ਉਦੋਂ ਬਾਅਦ ਇੱਕ ਫਿਲਮ 'ਚ ਜਿਸ 'ਚ ਮੇਰਾ ਚੰਗਾ ਕੰਮ ਸੀ ਜੀ, ਉਹ ਫਿਲਮ ਮਤਲਬ ਕਿ ਰਿਲੀਜ਼ ਹੀ ਨਹੀਂ ਹੋਈ। ਉਹਦੇ ਵਿੱਚ ਕੋਈ ਕੰਟਰੋਵਰਸੀ ਬਹੁਤ ਜ਼ਿਆਦਾ ਆ ਗਈ। ਅੱਛਾ। ਕਾਕੇ ਦਾ ਵਿਆਹ ਸੀਗੀ। ਅੱਛਾ। ਲੇਕਿਨ ਉਦੋਂ ਬਾਅਦ ਭੋਟੂ ਸ਼ਾਹ ਦੇ ਸ਼ਾਇਦ ਦੂਜਾ ਸਾਥੀ ਸੀ ਜਿਹਨੇ ਉਹ ਫਿਲਮ ਦੁਬਾਰਾ ਕੀਤੀ। ਸਾਡੇ ਜਿਹੜਾ ਪ੍ਰੋਡਿਊਸਰ ਸੀ ਉਹ ਸਾਰੇ ਅਮਰੀਕਾ ਤੋਂ ਸੀਗੇ, ਕੈਨੇਡਾ ਤੋਂ ਸੀਗੇ, ਸਾਰੇ ਬਿਖਰ ਗਏ। ਉਹਦੇ 'ਚ ਵੀ ਰੋਲ ਤੁਹਾਡਾ ਕਮੇਡੀਅਨ ਵਾਲਾ ਹੀ ਸੀ? ਉਹਦੇ 'ਚ ਮੇਰਾ ਰੋਲ ਕਮੇਡੀਅਨ ਵਾਲਾ ਸੀ, ਲੇਕਿਨ ਜਿਸ ਤਰ੍ਹਾਂ ਹੀਰੋ ਦੇ ਨਾਲ ਸਾਰਾ ਸੀਗਾ। ਵੈਸੇ ਕਮੇਡੀ ਕਰਨੀ ਤਾਂ ਤੁਹਾਨੂੰ ਤਜਰਬੇ ਦੀ ਗੱਲ ਮੈਂ ਤੁਹਾਨੂੰ ਪੁੱਛਣੀ ਚਾਹੁੰਦਾ, ਭੇਤ ਦੀ ਗੱਲ, ਅੰਦਰ ਦੀ ਗੱਲ, ਸੌਖੀ ਹੈ ਜਾਂ ਥੋੜਾ ਔਖਾ ਕੰਮ ਹੈ? ਵੇਖੋ ਜੀ, ਇਹ ਤੇ ਵੈਸੇ ਤੇ ਅਸੀਂ ਕਹੀਏ ਤੇ ਆਮ ਨਾਰਮਲ ਰੋਲ ਕਰਨਾ ਵੀ ਕੋਈ ਸੌਖਾ ਨਹੀਂਗਾ। ਕਲਾ ਕੋਈ ਵੀ ਸੌਖੀ ਨਹੀਂ ਕਿ ਜੇ ਤੁਸੀਂ ਉਹਨੂੰ ਨਿਭਾਉਣਾ ਤੇ। ਜੇ ਤੇ ਕਮੇਡੀ ਤੁਸੀਂ ਕਰਨੀ ਹੈ ਮਤਲਬ ਕਿ ਫੁੱਲ ਟਾਈਪ ਹੁੰਦੀ ਵੀ ਆ ਚੁੱਕਿਆ ਲੋਕੀ ਹੱਸ ਪਏ, ਗੱਲ ਖਤਮ। ਜੇ ਤੇ ਕਮੇਡੀ ਇਹੋ ਜਿਹੀ ਕਰਨੀ ਜਿਵੇਂ ਮੈਂ ਤੁਹਾਨੂੰ ਹੁਣੇ ਕਵਿਤਾ ਸੁਣਾਈ ਆ, ਜਾਂ ਮੇਰਾ ਉਦੋਂ ਗੀਤ ਬੜਾ ਹਿੱਟ ਹੋਇਆ ਸੀ ਉਸ ਕੈਸਟ 'ਚ। ਅੱਛਾ ਜੀ, ਕਿਹੜਾ? ਹਾਂਜੀ, ਸੋਹਣੀਏ ਨੀ ਇਹ ਪਿੰਡ ਮਿੱਤਰਾਂ ਦਾ, ਜਿੱਥੇ ਪੀਣ ਸਮੈਕਾ ਰਾਂਝੇ ਹੀਰਾ ਸੁੱਕ ਕੇ ਹੋ ਗਈਆਂ ਮਾਂਝੇ, ਅਮਲੀ ਪਿੰਡ ਦੇ ਵੇਚਣ ਭਾਂਡੇ ਨਹੀਂ ਇਹ ਪਿੰਡ ਮਿੱਤਰਾਂ ਦਾ, ਜਿੱਥੇ ਡਾਕਟਰ ਨੀਮ ਹਕੀਮ ਵਿਕਦੀ ਭੁੱਕੀ ਤੇ ਅਫੀਮ, ਹਰ ਕੋਈ ਦੇਸੀ ਦਾ ਸ਼ੌਕੀਨ ਨਹੀਂ ਉਹ ਪਿੰਡ ਮਿੱਤਰਾਂ ਦਾ। ਉਹ ਮਤਲਬ ਕਿ ਇਸ ਹਿਸਾਬ ਨਾਲ ਮੇਰੀ ਸਟਾਰਟਿੰਗ ਤੋਂ ਆਦਤ ਸੀ। ਸ਼ਾਇਦ ਮੈਂ ਕਹਿ ਸਕਦਾ ਕਿ ਕਿਤੇ ਨਾ ਕਿਤੇ ਕਮੇਡੀ ਇੱਕ ਕਿਸਮ ਦਾ ਸਟਾਇਰ ਹੁੰਦਾ, ਠੀਕ ਹੈ ਨਾ ਜੀ। ਇਹ ਦੂਸਰੇ ਨੂੰ ਬੰਦੇ ਨੂੰ ਗੱਲ ਵੀ ਦੱਸ ਦੇਣੀ ਤੇ ਦੱਸਣੀ ਵੀ ਹਾਸੇ ਦੇ ਵਿੱਚ, ਹਾਸੇ ਬਿਲਕੁਲ ਸੌਖੇ ਤਰੀਕੇ ਨਾਲ, ਸੀਰੀਅਸ ਨਹੀਂ ਹੋਣਾ, ਸੋ ਹਾਸੇ 'ਚ ਅਗਲੇ ਦਾ ਨਹਾਉਣ ਕਰ ਦੇਣਾ। ਵੇਖੋ ਜੀ, ਅਸਲ 'ਚ ਕਮੇਡੀ ਇਹ ਕਿਉਂਕਿ ਬਾਅਦ 'ਚ ਜਦੋਂ ਮੈਂ ਜੱਬਲ ਸਾਹਿਬ ਨਾਲ ਮੇਰਾ ਮੇਲ ਹੋਇਆ ਤੇ ਮੈਂ ਉਹਨਾਂ ਨੂੰ ਉਸਤਾਦ ਹਰਭਜਨ ਜੱਬਲ ਜੀ, ਜਤਿੰਦਰ ਮੈਡਮ ਜੀ, ਜਤਿੰਦਰ ਕੌਰ, ਜਦੋਂ ਉਹਨਾਂ ਦੇ ਨਾਲ ਮੈਂ ਐਂਟਰ ਹੋਇਆ, ਉਹਨਾਂ ਦੇ ਗਰੁੱਪ 'ਚ ਐਂਟਰ ਹੋਇਆ, ਉਦੋਂ ਥੋੜਾ ਜਿਹਾ ਮੈਂ ਐਸਟੈਬਲਿਸ਼ ਹੋਇਆ ਸੀ, ਬਹੁਤ ਜ਼ਿਆਦਾ ਨਹੀਂ, ਜ਼ਿਆਦਾ ਉਹਨਾਂ ਨਾਲ ਆ ਕੇ ਹੋਇਆ ਕਿਉਂਕਿ ਉਹਨਾਂ ਨੇ ਫਿਰ ਮੈਨੂੰ ਲਸ਼ਕਾਰਾ 'ਚ ਲਿਜਾਣਾ ਸ਼ੁਰੂ ਕਰ ਦਿੱਤਾ। ਲਸ਼ਕਾਰਾ ਦੇ ਵਿੱਚ ਸਾਡੀ ਇੱਕ ਸਕਿੱਟ ਬਹੁਤ ਫੇਮਸ ਹੋ ਗਈ ਸੀ, ਖਾਲੀ ਡੱਬੇ ਵਾਲੀ। ਉਹ ਕਹਿੰਦੇ ਵੀ ਮੁੰਡਾ ਪਾਸ ਹੋਇਆ ਤੇ ਖੁਸ਼ੀਆਂ ਮਨਾਓ, ਜੇ ਉਹ ਕਹਿੰਦੇ ਹਾਂ ਮੁੰਡਾ ਡੱਬਾ ਲੈ ਕੇ ਆਇਆ ਤੇ ਮੈਂ ਡੱਬਾ ਲੈ ਕੇ ਆਉਣਾ, ਤੇ ਉਹ ਡੱਬਾ ਵੇਖ ਕੇ ਜੱਬਲ ਸਾਹਿਬ ਖੁਸ਼ ਹੁੰਦੇ, ਸਾਨੂੰ ਪਤਾ ਸਾਡਾ ਖਾਨਦਾਨ ਸ਼ੁਰੂ ਤੋਂ ਬੜੀ ਤਰੱਕੀਆਂ ਕਰਦਾ ਰਿਹਾ, ਸਾਡੇ ਮੁੰਡੇ ਨੇ ਫਸਟ ਆਉਣਾ ਸਵੇਲਾ ਡੱਬਾ ਲੈ ਕੇ ਆਇਆ। ਉਹ ਡੱਬਾ ਖੋਲਦੇ ਡੱਬਾ ਖਾਲੀ ਹੁੰਦਾ। ਅੱਛਾ। ਉਹੀ ਸਟਾਇਰ ਸੀਗਾ ਜੋ ਡੱਬਾ ਖਾਲੀ ਹੁੰਦਾ, ਲੈ ਡੱਬਾ ਤੇ ਖਾਲੀ ਆ, ਤੇ ਉਹ ਕਹਿੰਦੇ ਕੋਈ ਨਹੀਂ ਮੁੰਡੇ ਦੀ ਵੀ ਕੰਪਾਰਟਮੈਂਟ ਆਈ, ਕਿਹੜਾ ਫਸਟ ਆਇਆ। ਇਹ ਮਤਲਬ ਕਿ ਮੈਂ ਵੀ ਸ਼ੁਰੂ ਤੋਂ ਆਪਣਾ ਮੈਂ ਜਿਵੇਂ ਲਿਖਿਆ ਵੀ ਹੈ ਨਾ, ਉਸ ਤੋਂ ਬਾਅਦ ਮੈਂ ਜਿਹੜੀ ਜੱਬਲੀਆਂ ਜੱਟ ਦੀਆਂ ਪੂਰੀ ਦੀ ਪੂਰੀ ਕੈਸਟ ਮੈਂ ਲਿਖੀ ਸੀ, VCD। ਉਦੋਂ ਬਾਅਦ ਉਹ ਪੂਰੀ ਦੀ ਪੂਰੀ ਫਿਲਮ ਜਿਹੜੀ ਹੋਈ ਆ, ਸਾਰਾ ਟੋਟਲ ਜਿਸ 'ਚ ਜੱਬਲ ਸਾਹਿਬ ਸੀ, ਜਤਿੰਦਰ ਮੈਡਮ ਸੀ, ਮਤਲਬ ਕਿ ਨਰਿੰਦਰ ਜੱਟ, ਚੰਗੇ ਤੁਰੰਤਰ ਕਲਾਕਾਰਾਂ ਨੇ ਉਹਦੇ 'ਚ ਕੰਮ ਕੀਤਾ ਸੀ ਸਾਡੇ ਨਾਲ। ਅਤਰੋ ਚਤਰੋ ਸੀ ਉਹਨਾਂ ਨੇ ਵੀ, ਤੇ ਫਿਰ ਤਾਂ ਪ੍ਰਿੰਦਾ ਸਾਹਿਬ ਦੀ ਬਾਅਦ 'ਚ ਡੈਥ ਹੋ ਗਈ। ਛੋਟਾ ਜਿਹਾ ਥੋੜਾ ਜਿਹਾ ਉਹਨਾਂ ਨੇ ਕਰੈਕਟਰ ਕੀਤਾ ਸੀਗਾ, ਤੇ ਉਹ
ਉਹਨਾਂ ਲੋਕਾਂ ਨਾਲ ਕੰਮ ਕਰਕੇ ਜਿੰਨਾ ਸਾਨੂੰ ਉਹਦਾ ਸੀ ਉਹ ਤੋਂ ਡਬਲ ਪਤਾ ਲੱਗਾ, ਸਿੱਖਣ ਦਾ ਮੌਕਾ ਮਿਲਿਆ, ਸਿੱਖਣ ਦਾ। ਬਿਲਕੁਲ। ਉਂਝ ਵੈਸੇ ਹਰਭਜਨ ਜੱਬਲ ਤੇ ਜਤਿੰਦਰ ਕੌਰ ਬਾਰੇ ਜੀ ਮੈਂ ਜਾਣਦਾ, ਮੈਂ ਇਹਨਾਂ ਦਾ ਸਭ ਤੋਂ ਪਹਿਲਾ ਨਾਟਕ ਇਹ ਭਾਜੀ ਗੁਰਸ਼ਰਨ ਦੇ ਨਾਲ ਕੰਮ ਕਰਦੇ ਹੁੰਦੇ ਸੀ ਅੰਮ੍ਰਿਤਸਰ। ਬਿਲਕੁਲ, ਉਹਨਾਂ ਸ਼ੁਰੂਆਤ ਹੀ ਉਹਨਾਂ ਨਾਲ ਕੀਤੀ ਅੰਮ੍ਰਿਤਸਰ ਨਾਟਕ ਵਾਲਾ ਕੇਂਦਰ ਦੇ ਵਿੱਚ 1969 ਵਿੱਚ ਜੀ, ਜਦੋਂ ਬਾਬੇ ਨਾਨਕ ਦਾ 500 ਸਾਲਾ ਪ੍ਰਕਾਸ਼ ਉਤਸਵ ਮਨਾਇਆ ਗਿਆ, ਅੱਜ ਤੋਂ 50 ਸਾਲ ਪੂਰੇ ਪਹਿਲਾਂ, 51 ਸਾਲ ਹੋ ਗਏ ਜੀ। ਠੀਕ ਹੈ ਜੀ। ਤੇ ਸੁਲਤਾਨਪੁਰ ਲੋਧੀ ਵਿੱਚ, ਕਿਉਂਕਿ ਬਾਬੇ ਨਾਨਕ ਦੀ ਧਰਤੀ ਹੈ ਜਿੱਥੇ ਉਹ ਇੰਨਾ ਸਮਾਂ ਰਹੇ, ਉਹਨਾਂ ਨੇ ਗ੍ਰਸਤ ਜੀਵਨ ਵੀ ਉੱਥੇ ਸ਼ੁਰੂ ਕੀਤਾ, 4 ਉਦਾਸੀਆਂ ਵੀ ਉੱਥੋਂ ਸ਼ੁਰੂ ਕੀਤੀਆਂ। ਹਾਂ ਬਿਲਕੁਲ। ਬਹੁਤ ਸਿਰ ਉਹਨਾਂ ਨੇ ਸਰਕਾਰੀ ਨੌਕਰੀ ਵੀ ਕੀਤੀ ਮੋਦੀਖਾਨੇ 'ਚ। ਸੋ ਉਹ ਉੱਥੇ ਮਨਾਇਆ ਗਿਆ ਸੀਗਾ ਵੱਡੇ ਪੱਧਰ ਤੇ। ਮੈਂ ਉਦੋਂ ਵੀ ਸ਼ਾਮਲ ਹੋਇਆ ਸੀ, ਜਦੋਂ 550ਵਾਂ ਮਨਾਇਆ ਮੈਂ ਉਦੋਂ ਵੀ ਸ਼ਾਮਲ ਹੋਇਆ ਸੀ। ਮੈਂ ਗੱਲ 1969 ਦੀ ਤੁਹਾਨੂੰ ਦੱਸ ਰਿਹਾ ਜੀ। 1969 ਵਿੱਚ ਤੁਸੀਂ ਅੱਧੀ ਸਦੀ ਜਿਹੜੀ ਆ ਕਿ ਬਾਬਾ ਜੀ ਦੇ ਚਰਨਾਂ ਚ ਲਾ ਦਿੱਤੀ। ਬਿਲਕੁਲ ਜੀ। ਮੇਰਾ ਪਿੰਡ ਜੀ ਉਹਨਾਂ ਦੇ ਜੂਚ ਹੈ, ਨਾਲ ਹੀ ਹੈ, ਬੱਟ ਬੰਨੇ ਇਕੱਠੇ ਹੀ ਹੈ। ਤੇ ਉਸ ਸਟੇਜ ਦੇ ਉੱਤੇ ਭਾਜੀ ਗੁਰਸ਼ਰਨ ਨੇ ਇੱਕ ਨਾਟਕ ਖੇਲਿਆ ਸੀ ਜੀ, ਜਿਨ ਸੱਚ ਪੱਲੇ ਹੋਏ। ਕੀ ਬਾਤ ਹੈ ਜੀ। ਠੀਕ ਹੈ ਜੀ। ਉਹਦੇ 'ਚ ਹਰਭਜਨ ਜੱਬਲ ਤੇ ਜਤਿੰਦਰ ਕੌਰ, ਇਹ ਦੋਨੋਂ ਹੀ ਸੀਗੇ। ਭਾਜੀ ਦੀ ਵਾਈਫ ਕੈਲਾਸ਼ ਕੌਰ, ਭਾਜੀ ਦੀਆਂ ਬੇਟੀਆਂ ਦੋਨੋਂ, ਇਹ ਵੀ ਉਸ ਨਾਟਕ ਵਿੱਚ ਸੀਗੀਆਂ। ਤੇ ਮੈਂ ਜੱਬਲ ਨੂੰ ਪਹਿਲੀ ਵਾਰੀ ਉਦੋਂ ਉੱਥੇ ਵੇਖਿਆ। ਉਸ ਤੋਂ ਬਾਅਦ ਇੱਕ ਸਾਡੇ ਸ਼ਾਹਕੋਟ ਦੇ ਕੋਲ ਇੱਕ ਪਿੰਡ ਹੈ ਜੀ, ਨੰਗਲੰਬੀਆਂ ਦੇ ਵਿੱਚ, ਉੱਥੇ ਮਾਤਾ ਪੰਜਾਬ ਕੌਰ ਨਾਂ ਦਾ ਇੱਕ ਮੇਲਾ ਲੱਗਦਾ। ਉੱਥੇ ਹਰਭਜਨ ਜੱਬਲ ਨੇ ਰੋਲ ਕੀਤਾ ਸੀ, ਬਹੁਤ ਹੀ ਜ਼ਬਰਦਸਤ, ਜਿਹਦਾ ਮੈਂ ਬਹੁਤ ਪ੍ਰਭਾਵਿਤ ਹੋਇਆ। ਉਹ ਸੀਗਾ ਜੀ ਜਦੋਂ ਗੁਰੂ ਤੇਗ ਬਹਾਦਰ ਬਾਰੇ ਇੱਕ ਹੈਗੀ ਨਾ ਜੀ ਕਹਾਣੀ, ਕਿ ਗੁਰੂ ਤੇਗ ਬਹਾਦਰ ਬਾਰੇ, ਕਿ ਉਹਨਾਂ ਨੇ ਜਦੋਂ ਕਹਿੰਦੇ ਵੀ ਉੱਥੇ ਬਾਬੇ ਬਕਾਲੇ 'ਚ ਮੰਜੀਆਂ ਲੱਗ ਗਈਆਂ ਸੀ ਵੀ ਮੈਂ ਗੁਰੂ ਆ, ਮੈਂ ਗੁਰੂ, ਸਾਰੇ ਕਹਿੰਦੇ ਸੀ ਇਹੋ ਜਿਹੀ ਗੱਲ। ਤੇ ਉਦੋਂ ਗੁਰੂ ਲਾਧੋਰੇ ਨਾਟਕ ਦਾ ਨਾਂ ਸੀ। ਉਹ ਲਿਖਿਆ ਤਾਂ ਪਤਾ ਨਹੀਂ, ਸ਼ਾਇਦ ਭਾਜੀ ਨਹੀਂ ਸੀਗਾ ਜਾਂ ਖੇਡਿਆ ਮਤਲਬ ਉਹਨਾਂ ਨੇ, ਉਹਨਾਂ ਦੀ ਟੀਮ ਨੇ। ਉਦੋਂ ਹਰਭਜਨ ਜੱਬਲ ਦਾ ਮੈਂ ਨਾਟਕ ਵੇਖਿਆ ਸੀਗਾ। ਔਰ ਉਸ ਤੋਂ ਬਾਅਦ ਯਕਦਮ ਉਹ ਕਮੇਡੀ ਵਾਲੇ ਪਾਸੇ ਨੂੰ ਉਹਨਾਂ ਨੇ ਮੋੜ ਕੱਟ ਲਿਆ। ਮੇਰੇ ਹਿਸਾਬ ਨਾਲ ਸ਼ਾਇਦ 73 74 ਚ ਉਹਨਾਂ ਨੇ ਉਧਰ ਟਰਨ ਲੈ ਲਈ ਸੀ ਕਮੇਡੀ। ਪਹਿਲੇ ਕਲਾਕਾਰ ਸੀ ਜੀ ਟੀਵੀ ਤੇ, ਜਿਨ੍ਹਾਂ ਨੇ ਟੀਵੀ ਤੇ ਕਮੇਡੀ ਕੀਤੀ, ਉਹ ਪਹਿਲੇ ਕਲਾਕਾਰ ਹਰਭਜਨ ਜੱਬਲ, ਜਤਿੰਦਰ ਮੈਡਮ ਹੋਏ ਆ। ਬਾਕੀ ਫਿਲਮਾਂ ਵਾਲੇ ਤੋਂ ਪਹਿਲਾਂ ਵੀ ਸੀਗੇ। ਪਹਿਲਾਂ ਵੀ ਸੀਗੇ, ਗੋਪਾਲ ਸਹਿਗਲ ਸੀ। ਚਲੋ ਆਪਾਂ ਹੁਣ ਜੱਬਲ ਦਾ ਮੈਂ ਨਾਮ ਤਾਂ ਲਿਆ ਜੀ, ਬੜਾ ਵਧੀਆ ਦੋਨੋਂ ਹੀ ਸਾਡੇ ਲਈ ਤਾਂ ਰੱਬ ਨੇ ਜੀ ਬੜੇ। ਹਾਂਜੀ। ਤੇ ਤੁਹਾਡਾ ਉਹਨਾਂ ਨਾਲ ਬਹੁਤ ਨੇੜਲਾ ਸੰਬੰਧ ਰਿਹਾ ਹੈਗਾ, ਇਕੱਠੇ ਤੁਸੀਂ ਕੰਮ ਕੀਤੇ, ਸਿੱਖਿਆ। ਚਲੋ ਬੜੀ ਵੱਡੀ ਮਾਣ ਵਾਲੀ ਗੱਲ ਹੈ ਤੁਸੀਂ ਕਹਿੰਦੇ ਹੋ। ਬਿਲਕੁਲ ਬਿਲਕੁਲ ਜੀ, ਕਿਉਂਕਿ ਜ਼ਿੰਦਗੀ 'ਚ ਕਲਾਕਾਰ ਤੁਸੀਂ ਬਣਾ ਨਹੀਂ ਸਕਦੇ, ਪੈਦਾ ਹੋ ਸਕਦਾ, ਲੇਕਿਨ ਉਹਨੂੰ ਪੋਲਿਸ਼ ਕਰਨਾ ਬੜਾ ਜ਼ਰੂਰੀ। ਉਹਨਾਂ ਨੇ ਸਾਨੂੰ ਦੱਸਿਆ ਵੀ ਭਾਈ ਡਾਇਲੌਗ ਬੋਲਦੇ ਆ, ਓਵਰਲੈਪਿੰਗ ਨਹੀਂ ਹੋਣੀ ਚਾਹੀਦੀ, ਕਿਸ ਤਰ੍ਹਾਂ ਤੁਸੀਂ ਸਟੇਜ ਤੇ ਇੱਕ ਦੂਜੇ ਨੂੰ ਹਿੰਡਰੈਂਸ ਨਹੀਂ ਦੇਣੀ, ਮਤਲਬ ਰੋਕਣਾ ਨਹੀਂ। ਸਾਡੇ 'ਚ ਕਹਿ ਦਿੰਦੇ ਵੀ ਤੁਸੀਂ ਬਲੌਕ ਨਹੀਂ ਕਰਨਾ, ਸਾਡੀ ਥੀਏਟਰ ਦੀ ਭਾਸ਼ਾ 'ਚ ਕਹਿੰਦੇ ਵੀ ਤੁਸੀਂ ਦੂਜੇ ਨੂੰ ਬਲੌਕ ਨਹੀਂ ਕਰ ਸਕਦੇ। ਠੀਕ ਹੈ। ਉਹਦਾ ਡਾਇਲੌਗ ਕੰਪਲੀਟ ਹੁੰਦਾ ਤੇ ਉਹਦੇ ਡਾਇਲੌਗ ਕੰਪਲੀਟ ਹੋਣ ਤੋਂ ਬਾਅਦ ਗੈਪ ਨਹੀਂ ਆਉਣਾ ਚਾਹੀਦਾ, ਉਸ ਵੇਲੇ ਚੁੱਕ ਲੈਣੀ ਗੱਲ, ਟਾਈਮਿੰਗ, ਤੇ ਉਹ ਓਵਰਲੈਪ ਵੀ ਨਾ ਹੋਵੇ, ਉਹਦੀ ਗੱਲ ਕੱਟ ਵੀ ਨਾ ਹੋਵੇ ਤੇ ਪਰ ਗੈਪ ਵੀ ਨਹੀਂ ਹੋਣਾ ਚਾਹੀਦਾ। ਹਾਂਜੀ, ਕਹਿਣ ਨੂੰ ਤਾਂ ਬੜਾ ਸੌਖਾ ਲੱਗਦਾ ਵੀ ਹਾਂ ਜੀ। ਦੂਸਰੀ ਗੱਲ ਪਰ ਇੱਕ ਟੈਕਨੀਕ ਹੈ, ਟੈਕਨੀਕ। ਸਕ੍ਰਿਪਟ ਯਾਦ ਕੀਤੀ ਹੋਵੇ ਤੇ ਧਿਆਨ ਇਹੀ ਰਹਿੰਦਾ ਕਿ ਹੁਣ ਆਹ ਕਿਉਂ ਆਇਆ ਉਧਰੋਂ, ਤੇ ਉਹਦਾ ਕਿਉਂ ਖਤਮ ਹੋਇਆ ਤੇ ਮੈਂ ਚੁੱਕਣਾ। ਇੱਕ ਚਲੋ ਇੱਕ ਬਤੌਰ ਕਲਾਕਾਰ ਜਿਹੜਾ ਹੈਗਾ ਉਹ ਹੁੰਦਾ, ਜਿੱਦਾਂ ਤੁਸੀਂ ਗੱਲ ਕੀਤੀ ਕਿ ਦੂਸਰੇ ਨੇ ਕਲਾਕਾਰ ਨੇ ਕੋਈ ਡਾਇਲੌਗ ਆਪਦਾ ਕੰਪਲੀਟ ਕੀਤਾ ਤੇ ਉਸ ਤੋਂ ਬਾਅਦ ਤੁਸੀਂ ਸਕ੍ਰਿਪਟ ਯਾਦ ਹੈ ਤੁਸੀਂ ਡਾਇਲੌਗ ਬੋਲਣਾ। ਪਰ ਕਮੇਡੀ ਵਿੱਚ ਤਾਂ ਕਈ ਵਾਰੀ ਹੁੰਦਾ ਵੀ ਦੂਜੇ ਦੀ ਗੱਲ 'ਚੋਂ ਗੱਲ ਕੱਢਣੀ। ਉਹ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਕਮੇਡੀ ਦੀ ਵਿਧਾ, ਅਸੀਂ ਵਿਧਾ ਕਹਿੰਦੇ ਇਸ ਚੀਜ਼ ਨੂੰ, ਉਹੀ ਟੈਕਨੀਕ ਪੰਜਾਬੀ 'ਚ ਵਿਧਾ ਕਹਿੰਦੇ ਨੇ। ਕਮੇਡੀ ਦੀ ਵਿਧਾ ਜਿਹੜੀ ਇਸੇ ਕਰਕੇ ਦੂਜਿਆਂ ਨਾਲੋਂ ਔਖੀ ਆ ਕਿ ਤੁਸੀਂ ਮੈਨੂੰ ਕਹਿ ਦਿੱਤਾ ਓਏ ਇੱਧਰ ਆ, ਤੇ ਮੈਂ ਕਹਿਣਾ ਕਿੱਧਰ ਆ, ਇੱਧਰ ਆ। ਅੱਛਾ, ਹੱਥ ਨਾਲ ਇਸ਼ਾਰਾ ਕਰਕੇ ਕਹਿ ਇੱਧਰ ਆ, ਤੇ ਮੈਂ ਜਦੋਂ ਕਹਿੰਦਾ ਤੁਹਾਨੂੰ ਉਦੋਂ ਦਾ ਇੱਧਰ ਆ ਦਾ ਮਤਲਬ ਇੱਧਰ ਆ। ਮਤਲਬ ਕਿ ਉਹਦੀ ਇਹ ਹੈ ਕਿ ਉਹ ਵਿਧਾ ਹੀ ਇਹੋ ਜਿਹੀ ਆ ਕਿ ਜੇ ਤੁਸੀਂ ਕਮੇਡੀ 'ਚ ਦੋ ਬੜੀਆਂ ਤਗੜੀਆਂ ਪ੍ਰੋਬਲਮਾਂ, ਤੁਹਾਡੇ ਤੋਂ ਸੈਕੰਡ ਕਲਾਕਾਰ ਜੇ ਡਾਊਨ ਆ ਤੇ ਤੁਸੀਂ ਵੀ ਡਾਊਨ ਜੀ। ਠੀਕ। ਹਾਂਜੀ, ਬਰਾਬਰ ਦਾ ਤੁਹਾਡੇ ਹਾਣੀ ਚਾਹੀਦਾ। ਰਿਐਕਸ਼ਨ ਦੇਣ ਵਾਲਾ ਚਾਹੇ ਉਹ ਹੰਗਾਰਾ ਹੀ ਭਰਦਾ ਆ, ਉਹਦੀ ਰਿਐਕਸ਼ਨ ਇਸ ਤਰੀਕੇ ਦੀ ਹੋਣੀ ਚਾਹੀਦੀ। ਕਿਉਂਕਿ ਕਮੇਡੀ 'ਚ ਕਈ ਵਾਰ ਇਸ ਤਰੀਕਾ ਹੋ ਜਾਂਦਾ ਕਿ ਬੰਦਾ ਸੋਚਦਾ ਉਹ ਮੈਂ ਤੇ ਕਿਹਾ ਸੀ, ਜਦੋਂ ਤੁਸੀਂ ਉਹਦਾ ਐਕਸਪ੍ਰੈਸ਼ਨ ਕਹਿੰਦੇ ਨਾ ਆਏ ਤੇ ਕਹਿੰਦਾ ਮੈਂ ਤੇ ਕਿਹਾ, ਅੱਛਾ ਕੀ ਕਿਹਾ ਸੀ, ਮਤਲਬ ਕਿ ਤੁਹਾਡੇ ਐਕਸਪ੍ਰੈਸ਼ਨ ਵੀ ਉਹਦੇ ਵਾਂਗੂ ਉਹਦੇ ਉੱਤੇ ਬਿਲਕੁਲ ਤੁਹਾਡੀ ਬੋਡੀ ਲੈਂਗੁਏਜ ਉੱਤੇ ਉਹ ਕਹਿੰਦੇ ਹਾਂਜੀ ਮੈਂ ਤੇ ਕਿਹਾ ਸੀ, ਤੁਸੀਂ ਕੀ ਕਰ ਲੋਗੇ।
ਲੱਗੇ ਰਹੋ। ਠੀਕ ਹੈ, ਕਿਹਾ ਤੇ ਕਿਹਾ ਰੱਖ, ਕਿਹਾ ਤੇ ਕਿਹਾ ਰਹੋ। ਇਹੀ ਕਰਕੇ ਅਸੀਂ ਕਮੇਡੀ ਨੂੰ ਥੋੜਾ ਜਿਹਾ ਔਖਾ ਗਿਣਦੇ ਆ, ਕਿਉਂਕਿ ਜੇ ਡਰਾਮਾ ਸੀਰੀਅਸ ਆ ਤਾਂ ਉਹ ਕਹਿ ਵੀ ਦਾ ਕਿ ਗੁਰੂ ਜੀ ਨੇ ਇਹ ਸ਼ਬਦ ਆਉਂਦੇ ਹੀ ਮੈਨੂੰ ਕਿਹਾ, ਮਤਲਬ ਉਹਨੇ ਰੱਟਾ ਲਾਇਆ ਇਸ ਹਿਸਾਬ ਨਾਲ। ਜੋ ਕਹੇਗਾ ਜੀ ਹਾਂਜੀ ਗੁਰੂ ਜੀ ਨੇ ਇਹ ਸ਼ਬਦ ਆਉਂਦੇ ਹੀ ਨਾ ਪਹਿਲਾਂ ਮੈਨੂੰ ਕਿਹਾ, ਤੇ ਉਹ ਅਗਲੇ ਦਾ ਵੀ ਪ੍ਰੋਪਰ ਇੰਟਰਸਟ ਬਣਦਾ। ਉਹ ਇਹ ਡਾਊਨ ਆ, ਦੂਜੇ ਨੇ ਕਿਹਾ ਹਾਂਜੀ ਗੁਰੂ ਜੀ ਨੇ ਕੀ ਕਿਹਾ, ਉਹ ਚੁੱਕ ਸਕਦਾ। ਲੇਕਿਨ ਕਮੇਡੀ 'ਚ ਪ੍ਰੋਬਲਮ ਇਹ ਹੈ ਕਿ ਜੇ ਅਗਲਾ ਬੰਦਾ ਡਾਊਨ ਤੁਰਿਆ ਜਾਂਦਾ ਤਾਂ ਤੁਹਾਨੂੰ ਹੀ ਡਾਊਨ ਕਰ, ਮਤਲਬ ਜੋੜੀ ਜਿਹੜੀ ਆ ਉਹ ਬਰਾਬਰ ਹੋਣੀ ਚਾਹੀਦੀ, ਬਹੁਤ ਜ਼ਰੂਰੀ। ਤਾਂ ਹੀ ਜਿਹੜੀਆਂ ਜੋੜੀਆਂ ਟੁੱਟਦੀਆਂ, ਜਦੋਂ ਮੇਰੀ ਰੰਧਾਵੇ ਦੀ ਜੋੜੀ ਟੁੱਟੀ ਉਦੋਂ ਵੀ ਇਹੀ ਹਾਲ ਹੋਇਆ, ਕਿਉਂਕਿ ਜੰਬਲ ਸਾਹਿਬ ਨੇ ਮੈਨੂੰ ਪਹਿਲਾਂ ਦੱਸਤਾ ਹੀ, ਕਹਿੰਦਾ ਤੂੰ ਜੋੜੀ 'ਚ ਕੰਮ ਕਰਨ ਲੱਗ ਗਿਆ। ਹਾਂ ਜ਼ਰੂਰ ਜੋੜੀਆਂ 'ਚ ਪੈਸੇ ਵਧੀਆ ਬਣਦੇ, ਲੇਕਿਨ ਜਿੱਦਣ ਜੋੜੀ ਟੁੱਟੀ ਉਦੋਂ ਸਭ ਤੋਂ ਵੱਡਾ ਡਰਾਬੈਕ ਹੋਣਾ ਕਿ ਤੂੰ ਇਕੱਲਾ ਰਹਿ ਜਾਣਾ। ਤੇ ਅਸੀਂ ਫਿਰ 2008-9 'ਚ ਜਦੋਂ ਇਕੱਲੇ ਰਹਿ ਗਏ, ਜਦੋਂ ਜੋੜੀ ਟੁੱਟੀ ਉਹਨੂੰ ਲੋਕਾਂ ਨੇ ਉਹਨੂੰ ਚੁੱਕ ਦਿੱਤਾ ਵੀ ਭਾਈ ਬਹੁਤ ਵਧੀਆ ਕੰਮ ਕਰਦਾ, ਮੈਨੂੰ ਇੱਧਰ ਚੁੱਕਤਾ ਵੀ ਇੰਨੀ ਪੇਮੈਂਟ ਤਾਂ ਤੈਨੂੰ ਇਕੱਲੇ ਨੂੰ ਮਿਲਣੀ ਚਾਹੀਦੀ ਹੈ, ਤਾਂ ਬੇੜਾ ਗਰਕ ਹੋ ਗਿਆ। ਕਮੇਡੀ ਦੀ ਇਹੀ ਪਲੱਸ ਪੁਆਇੰਟ ਆ, ਇਹੀ ਕਮੇਡੀ ਦਾ ਸਭ ਤੋਂ ਵੱਡਾ ਨੈਗੇਟਿਵ ਪੁਆਇੰਟ ਹੈ ਕਿ ਤੁਹਾਨੂੰ ਦੂਜਾ ਬੰਦਾ ਆਪਣੇ ਬਰਾਬਰ ਦਾ ਲੈਣਾ ਪੈਣਾ। ਕਮੇਡੀ ਦੇ ਵਿੱਚ ਇੱਕ ਜਿਹੜੀ ਮੈਂ ਹੋਰ ਦਿੱਕਤ ਮਹਿਸੂਸ ਕਰਦਾ ਜੀ, ਦਿੱਕਤ ਇਨ ਦੀ ਸੈਂਸ ਮਤਲਬ ਔਖੀ ਜਿਹੜੀ ਗੱਲ ਹੈ, ਤੁਹਾਡਾ ਮੂਡ ਆਪਣਾ ਜਿੱਦਾਂ ਦਾ ਮਰਜ਼ੀ ਹੋਵੇ, ਤੁਸੀਂ ਸਕ੍ਰਿਪਟ ਦੇ ਮੁਤਾਬਕ ਰੋਣਾ ਵੀ ਆ, ਉਹਦੇ ਮੁਤਾਬਕ ਹੱਸਣਾ ਵੀ ਆ, ਉਹਦੇ ਮੁਤਾਬਕ ਤੁਹਾਨੂੰ ਐਕਸ਼ਨ ਵੀ ਉਸ ਤਰੀਕੇ ਨਾਲ ਕਰਨੇ ਪੈਣੇ, ਤੁਹਾਡਾ ਅੰਦਰੋਂ ਮਨ ਕਿਹੋ ਜਿਹਾ ਵੀ ਹੈ, ਬਿਲਕੁਲ ਜੀ ਬਿਲਕੁਲ ਜੋ ਵੀ ਹੈ। ਮੈਂ ਇੱਕ ਆਰਟਿਸਟ ਪਾਤਰ ਦੀ ਗੱਲ ਕਰਨ ਲੱਗਾ ਜੀ, ਉਹਦੇ ਪਾਤਰ ਨੇ ਇਹ ਲਫ਼ਜ਼ ਬੋਲਨੇ ਸੀ ਸਟੇਜ ਤੇ ਕਿ ਉਹ ਕਹਿੰਦਾ ਨਾ ਅੱਜ ਤੂੰ ਉਦਾਸ ਕਿਉਂ ਬੈਠਾ, ਉਹਨੇ ਕਹਿਣਾ ਸੀਗਾ ਕਿ ਮੇਰੀ ਅੱਜ ਮਾਂ ਮਰ ਗਈ। ਉਹ ਸੱਚੀ ਉਹਦੀ ਉਦਣ ਮਾਂ ਮਰੀ ਸੀ, ਉਹ ਸਟੇਜ ਤੇ ਕਿੰਨਾ ਨੈਚੁਰਲ ਵੇ ਨਾਲ ਨਿਭ ਗਿਆ। ਬਿਲਕੁਲ ਬਿਲਕੁਲ ਜੀ। ਤੇ ਘੱਟੋ ਘੱਟ 10 ਮਿੰਟ ਉਹ ਖੁਦ ਰੋਇਆ ਤੇ ਲੋਕਾਂ ਨੂੰ ਵੀ ਰਵਾਇਆ, ਨਾਲ ਦੇ ਪਾਤਰਾਂ ਨੂੰ ਇਮੋਸ਼ਨਲ ਕੀਤਾ। ਬਿਲਕੁਲ ਬਿਲਕੁਲ। ਮੈਂ ਮਹਿਮੂਦ ਸਾਹਿਬ ਤੋਂ ਲੈ ਕੇ ਤਕਰੀਬਨ ਮੇਰੀ ਇਹ ਆਦਤ ਹੈ, ਮੈਂ ਇੰਟਰਵਿਊਆਂ ਸੁਣਦਾ ਹਾਂ ਸਾਰਿਆਂ ਦੀਆਂ। ਜਦੋਂ ਉਹਨਾਂ ਦੀ ਇੰਟਰਵਿਊ ਸੁਣੀਆਂ, ਨਸੀਰੁੱਦੀਨ ਸ਼ਾਹ ਸਾਹਿਬ ਦੀ ਮੈਂ ਇੰਟਰਵਿਊ ਸੁਣ ਰਿਹਾ ਸੀ, ਨਸੀਰੁੱਦੀਨ ਸ਼ਾਹ ਸਾਹਿਬ ਨੇ ਇੱਕ ਗੱਲ ਕਹੀ ਸੀ, ਕਹਿੰਦੇ ਵੀ ਮੰਨ ਲਓ ਤੁਸੀਂ ਹਰ ਚੀਜ਼ ਜਾਣਦੇ ਜੇ, ਤੁਹਾਨੂੰ ਪਤਾ ਵੀ ਬੰਦਾ ਲੰਘਾ ਕੇ ਤੁਰਦਾ ਕਿਸ ਤਰ੍ਹਾਂ ਤੁਰਦਾ, ਤੁਹਾਨੂੰ ਇਹ ਪਤਾ ਵੀ ਬੰਦਾ ਅੰਨਾ ਤੇ ਕਿਸ ਤਰ੍ਹਾਂ ਅੰਨਾ ਹੁੰਦਾ, ਤੁਹਾਨੂੰ ਇਹ ਪਤਾ ਸਾਰਾ, ਲੇਕਿਨ ਜੇ ਤੁਸੀਂ ਉਹ ਕਰੈਕਟਰ ਮਤਲਬ ਪੋਰਟਰੇ ਕਹਿ ਦਿੰਦੇ ਉਹਨੂੰ ਕਰਨ ਲੱਗ ਗਏ, ਜਾਂ ਤੁਸੀਂ ਉਹ ਕਰੈਕਟਰ ਦਾ ਆਪ ਕਰੈਕਟਰ ਪਲੇ ਕਰਨ ਲੱਗ ਪਏ, ਤੇ ਉਹ ਹੋਣਾ ਨਹੀਂ। ਕਿਉਂਕਿ ਦੁਨੀਆ ਦੇ ਵਿੱਚ ਲੰਘਾ ਪਤਾ ਨਹੀਂ ਕਿੰਨੀ ਤਰ੍ਹਾਂ ਦਾ, ਦੁਨੀਆ ਦੇ ਵਿੱਚ ਅੰਨਾਪਣ ਵੀ 3-4 ਤਰ੍ਹਾਂ ਦਾ। ਉਹ ਕਹਿੰਦੇ ਕਿ ਜਦੋਂ ਤੁਸੀਂ ਇਹ ਸੋਚੋਗੇ ਵੀ ਯਾਰ ਹਾਂ ਮੈਂ ਆਏ ਇਹ ਫੇਰ ਹੀ ਹੋਣਾ। ਤੇ ਕਮੇਡੀ ਦੇ ਵਿੱਚ ਉਦੋਂ ਵੱਡੀ ਪ੍ਰੋਬਲਮ ਹੈ ਜਦੋਂ ਤੁਸੀਂ ਇਹ ਸੋਚੋਗੇ ਮੈਂ ਨਹੀਂ, ਤੁਸੀਂ ਜਦੋਂ ਤੁਸੀਂ ਸੋਚੋਗੇ ਇਹ ਵੀ ਮੈਂ, ਇਹ ਬੜੀ ਪ੍ਰੋਬਲਮ ਆ ਜਾਂਦੀ। ਹੁਣ ਨੋਰਮਲੀ ਅਸੀਂ ਉਹ ਗਾਣਾ ਸੀਗਾ ਨੀ ਭਾਈਆਂ ਤੇਰੇ ਮੈਨੂੰ ਕੁੱਟਿਆ ਨਾਲੇ ਭੰਨਤੀ ਚੰਦਰੀਏ ਬਾਂਹ, ਗਾਣਾ ਤਾਂ ਚਲੋ ਰੋਮਾਂਟਿਕ ਟਾਈਪ ਸੀਗਾ। ਉਹ ਕੱਲ ਰਾਤ ਦੀ ਕਹਾਣੀ ਅਜੇ ਹੋਈ ਨਾ ਪੁਰਾਣੀ, ਔਖਾ ਚਮਚਿਆਂ ਨਾਲ ਹੁਣ ਲੰਘਦਾ ਹੈ ਪਾਣੀ, ਤਿੱਕਰ ਮੇਰੀ ਡਾਂਗਾ ਨਾਲ ਕਰਾਤੀ ਬਾਂਹ ਨੀ ਭਾਈਆਂ ਤੇਰੇ ਮੈਨੂੰ ਕੁੱਟਿਆ ਨਾਲੇ ਭੰਨਤੀ ਚੰਦਰੀਏ ਬਾਂਹ। ਉਹ ਗਾਣਾ ਇਸ ਤਰੀਕੇ ਦਾ ਸੀਗਾ। ਲੇਕਿਨ ਉਹਦੇ 'ਚ ਇਹ ਕਿ ਜੇ ਤਾਂ ਤੁਸੀਂ ਆਸ਼ਕ ਵੀ ਆਪਣੇ ਆਪ ਨੂੰ ਫੀਲ ਕਰਨਾ ਤੇ ਸੱਟਾਂ ਵੀ ਲੱਗੀਆਂ ਵੀ ਸਭ ਕੁਝ ਫੀਲ ਕਰਨਾ, ਉਹ ਤੋਂ ਬਾਅਦ ਇਹ ਵੀ ਤੁਸੀਂ ਫੀਲ ਕਰਨਾ ਵੀ ਉਹਨਾਂ ਨੇ ਕੁੱਟਿਆ ਕਿਸ ਤਰ੍ਹਾਂ, ਮਤਲਬ ਉਸ ਤਰੀਕੇ ਦਾ ਬਣ ਕੇ ਦਿਖਾਉਣਾ। ਮੈਂ ਕਈ ਵਾਰ ਹੈਰਾਨ ਹੁੰਦਾ, ਮਹਿਮੂਦ ਸਾਹਿਬ ਨੂੰ ਦੇਖੀਦਾ ਸੀਗਾ, ਜੱਬਲ ਸਾਹਿਬ ਦੇ ਕੁਝ ਕਰੈਕਟਰ ਸੀਗੇ ਕਿ ਮਤਲਬ ਕਿਸ ਤਰ੍ਹਾਂ ਐਂ ਲੱਗਦੇ ਸੀ ਹਸਬੈਂਡ ਵਾਈਫ ਨੇ, ਕਿਉਂਕਿ ਬੇਸਿਕਲੀ ਬਿਲਕੁਲ ਨਹੀਂ ਸੀ ਹੈਗੇ, ਉਹ ਹਸਬੈਂਡ ਵਾਈਫ ਨਹੀਂ ਸੀ, ਪਰ ਉਹਨਾਂ ਦੀ ਪੇਸ਼ਕਾਰੀ ਮੈਨੂੰ ਲੱਗਦਾ ਵੀ ਜਿਹੜੇ ਹਸਬੈਂਡ ਵਾਈਫ ਸੱਚੀ ਮੁੱਚੀ ਹੋਣਗੇ ਉਹ ਵੀ ਉਹਨਾਂ ਤੋਂ ਕਈ ਕੁਝ ਸਿੱਖ ਗਏ। ਬਿਲਕੁਲ ਬਿਲਕੁਲ। ਇਹ ਇੱਥੇ ਫੋਕਲ ਪੁਆਇੰਟ ਤੇ ਰਹਿੰਦੇ ਸੀਗੇ, ਉਹ ਰਣਜੀਤ ਐਵਨਿਊ ਰਹਿੰਦੇ ਸੀਗੇ, ਤੇ ਐਡੀ ਦੂਰੀ ਰਹਿਣ ਦੇ ਬਾਵਜੂਦ ਜਦੋਂ ਮੈਂ ਵੀ ਪਹਿਲੀ ਵਾਰ ਉਹਨਾਂ ਕੋਲ ਗਿਆ, ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਮੈਡਮ ਜੀ, ਕਹਿੰਦੇ ਵੀ ਮੈਂ ਤੈਨੂੰ ਮਿਲਾਵਾਂਗੀ। ਲੇਕਿਨ ਇਹੀ ਜਦੋਂ ਉਹਨਾਂ ਦੀ ਮੈਂ ਕਲਾ ਦੇਖੀ, ਫਿਰ ਮੈਂ ਇਹੀ ਚੀਜ਼ਾਂ ਮੈਂ ਤੇ ਰੰਧਾਵੇ ਨੇ ਡਿਸਕਸ ਕੀਤੀਆਂ ਵੀ ਸਾਨੂੰ ਐ ਲੱਗਣਾ ਚਾਹੀਦਾ ਵੀ ਤੂੰ ਮੇਰਾ ਚਾਚਾ ਹੈ, ਕਿਉਂਕਿ ਮੇਰਾ ਚਾਚਾ ਬਣਦਾ ਹੈ। ਤੇ ਉਹ ਫਿਰ ਚੀਜ਼ਾਂ ਹਾਂਜੀ। ਇਹ ਚਲੋ ਫਿਰ ਤੁਸੀਂ ਨਾਲ ਦੀ ਨਾਲ ਲਿਖਦੇ ਰਹੇ ਤੇ ਹੁਣ ਤੁਸੀਂ ਕਿਤਾਬ ਵੀ ਛਾਪ ਲਈ। ਹਾਂਜੀ ਹਾਂਜੀ ਹਾਂਜੀ। ਕੀ ਉਹਦੇ 'ਚ ਜਿਹੜੀ ਕਿਤਾਬ ਛਪੀ ਹੈ ਤੁਹਾਡੀ, ਜਾਂ ਤੁਹਾਡੀ ਲੇਖਣੀ ਦਾ ਜਿਹੜਾ ਸਬਜੈਕਟ ਹੈ, ਉਹ ਵੀ ਕਮੇਡੀ ਹੈ ਜਾਂ ਡਿਫਰੈਂਟ ਹੈ? ਨਹੀਂ, ਉਹਦੇ 'ਚ ਕਮੇਡੀ ਨਹੀਂ ਜੀ। ਨਹੀਂ ਹੈ ਨਾ, ਉਹਦੇ 'ਚ ਕਮੇਡੀ ਨਹੀਂ, ਉਹਦੇ 'ਚ ਕਿਤੇ ਕਿਤੇ ਟੱਚ ਆਉਂਦਾ ਕਮੇਡੀ ਦਾ। ਅੱਛਾ ਜੀ। ਕਿਉਂਕਿ ਸਿਆਣੇ ਕਹਿੰਦੇ ਆ ਕਿ ਜੇ ਉਹ ਬੰਦਾ ਜਿੰਨਾ ਮਰਜ਼ੀ ਬਿਮਾਰ ਹੋਵੇ ਤੇ ਜੇ ਉਹਦੇ ਅੰਦਰ ਸ਼ਕਤੀ ਆ ਨਾ, ਤੂੰ ਉੱਠਦਾ ਥੋੜਾ ਬਹੁਤ, ਭਾਵੇਂ ਥੋੜਾ ਹੀ ਉੱਠਦਾ ਜ਼ਰੂਰ ਆ। ਤੇ ਜ਼ਰੂਰ ਉਧਰਲੇ ਪਾਸੋਂ ਮੇਰਾ 2010 ਚ ਸ਼ਾਇਦ 11 ਚ ਐਕਸੀਡੈਂਟ ਹੋਇਆ ਸੀਗਾ। ਉਹ ਤੋਂ ਬਾਅਦ ਥੋੜਾ ਜਿਹਾ ਕੰਮ ਚਲਿਆ ਗਿਆ, ਜੋੜੀ ਟੁੱਟ ਗਈ, ਉਦੋਂ ਪਹਿਲਾਂ ਟੁੱਟ ਗਈ ਸੀਗੀ। ਤੇ ਫਿਰ ਹੌਲੀ ਹੌਲੀ ਮੈਂ ਸੀਰੀਅਸ ਵਾਲੇ ਪਾਸੇ ਆਉਣਾ ਸ਼ੁਰੂ ਹੋਇਆ, ਲਿਖਣ ਵਾਲੇ ਪਾਸੇ ਨੂੰ ਕੰਮ ਤੁਰ ਲੱਗਾ। ਲੇਕਿਨ ਮੈਂ ਇੱਕਦਮ ਕੁਛ ਨਹੀਂ ਲਿਖਿਆ, ਮੇਰਾ ਕੈਨੇਡਾ ਵੱਲ ਨੂੰ ਧਿਆਨ ਹੋ ਗਿਆ। ਅੱਛਾ ਜੀ।
ਫਿਰ ਕੈਨੇਡਾ ਆ ਗਏ। ਕੈਨੇਡਾ ਆ ਕੇ ਜਦੋਂ ਇੱਥੇ ਆ ਕੇ ਤੁਹਾਨੂੰ ਕਿਹੜੇ ਸਾਲ ਆਏ ਕੈਨੇਡਾ? ਕੈਨੇਡਾ 2014 ਚ ਜੀ। 14 ਚ 12 ਚ ਤਿਆਰੀ ਸ਼ੁਰੂ ਕਰਤੀ, 14 ਚ ਆਏ। ਫਿਰ ਵੀ 6-7 ਸਾਲ ਹੋ ਗਏ। ਹਾਂਜੀ 7 ਸਾਲ ਹੋ ਗਏ। ਲੇਕਿਨ ਕੈਨੇਡਾ ਆ ਕੇ ਤੁਹਾਨੂੰ ਪਤਾ ਸਭ ਤੋਂ ਪਹਿਲੀ ਬੰਦੇ ਇੱਥੇ ਆ ਕੇ ਕਮੇਟੀ ਕੀਤੀ। ਇੱਥੇ ਡਾਲਰਾਂ ਨੇ ਬੜੀ ਕਮੇਟੀ ਕੀਤੀ ਸੀ। ਠੀਕ ਹੈ ਠੀਕ। ਇੱਥੇ ਡਾਲਰ ਈਸ਼ਵਰ, ਡਾਲਰ ਅੱਲਾ, ਡਾਲਰ ਹੈ ਭਗਵਾਨ। ਠੀਕ ਠੀਕ ਠੀਕ। ਬਾਕੀ ਸਭ ਕੁਝ ਪਿੱਛੋਂ ਬਦਲੇ, ਪਹਿਲਾਂ ਬਦਲੇ ਬੰਦਾ ਨਾ। ਅੱਛਾ, ਇੱਥੇ ਆ ਕੇ ਕਮੇਟੀ ਨਹੀਂ ਕੀਤੀ ਪਰ ਲਿਖਿਆ ਫਿਰ ਵੀ? ਇੱਥੇ ਆ ਕੇ ਵੀ 3 ਸਾਲ ਨਹੀਂ ਕੁਝ ਵੀ ਲਿਖਿਆ ਜੀ। ਅੱਛਾ, 3-4 ਸਾਲ ਨਹੀਂ ਲਿਖਿਆ। ਫੇਸਬੁੱਕ ਤੇ ਕਦੀ ਕਦੀ ਲਿਖ ਦਈਦਾ ਸੀ ਕਿਉਂਕਿ ਉਹ ਪੋਸਟ ਸੀਗਾ ਪੁਰਾਣਾ, ਜਾਂ ਉਹ ਕਹੋ ਕਿ ਅੰਦਰ ਦੀ ਜਿਹੜੀ ਕੀੜਾ ਸੀਗਾ ਮਰਿਆ ਨਹੀਂ। ਫੇਸਬੁੱਕ ਤੇ ਕਦੀ ਕਦੀ ਥੋੜਾ ਬਹੁਤਾ ਕੁਝ ਲਿਖ ਦਈਦਾ ਸੀਗਾ, 4 ਲਾਈਨਾਂ ਲਿਖ। ਕਿਤਾਬ ਕਿਹੜੇ ਸਾਲ ਛਪੀ ਤੁਹਾਡੀ? ਕਿਤਾਬ ਪਿਛਲੇ ਸਾਲ ਜੀ 19 ਚ। 19 ਚ ਕੀ ਪੰਜਾਬ ਦਾ ਨਾਲ? ਪੰਜਾਬ ਬਨਾਮ ਵਿਦੇਸ਼। ਪੰਜਾਬ ਬਨਾਮ ਦੇਸ਼, ਠੀਕ ਹੈ। ਉਹਦੇ ਚ ਮੈਂ ਸਾਰਾ ਕੁਝ ਤਕਰੀਬਨ ਕੋਸ਼ਿਸ਼ ਇਹੀ ਕੀਤੀ ਹੈ ਵੀ ਬਾਹਰ ਦੇ ਮੁਲਕ ਜਦੋਂ ਅਸੀਂ ਆਉਂਦੇ ਆ ਕੀ ਬਦਲਦਾ। ਕੰਪੈਰੀਜ਼ਨ ਕੀਤਾ ਤੁਸੀਂ ਪੰਜਾਬ ਦਾ? ਤਕਰੀਬਨ ਕੰਪੈਰੀਜ਼ਨ ਹੈ ਦੋਨਾਂ ਦਾ। ਅੱਛਾ ਅੱਛਾ। ਤੇ ਪੰਜਾਬ ਦੇ ਵਿੱਚ ਅਸੀਂ ਜਦੋਂ ਹੁੰਦੇ ਉਦੋਂ ਕੀ ਕੁਝ ਹੁੰਦਾ। ਲੇਕਿਨ ਇੱਥੇ ਆ ਕੇ ਜੇ ਫਾਇਦੇ ਆ ਜਿੰਨੇ, ਇਹ ਨਹੀਂ ਇਕੱਲੇ ਫਾਇਦੇ ਗਿਣਾ ਦਿੱਤੇ ਜਿਵੇਂ ਨਾਰਮਲੀ ਲੋਕਾਂ ਨੂੰ ਹੁੰਦਾ ਜੀ, ਵਾਹ ਜੀ ਕੈਨੇਡਾ ਬੱਲੇ ਬੱਲੇ ਤੇ ਫਲਾਣੀ ਚੀਜ਼ ਬੱਲੇ ਬੱਲੇ। ਜੇ ਫਾਇਦੇ ਵੀ ਆ ਤੇ ਨੁਕਸਾਨ ਵੀ ਕਿਹੜੇ ਕਿਹੜੇ, ਵੀ ਸਾਨੂੰ ਮਿਹਨਤ ਕਿੰਨੀ ਕਰਨੀ ਪੈਣੀ ਆ, ਸਾਨੂੰ ਜ਼ੀਰੋ ਤੋਂ ਸਟਾਰਟ ਕਰਨਾ ਪੈਣਾ। ਸਾਡੀਆਂ ਜਿਹੜੀਆਂ ਪੜ੍ਹਾਈਆਂ ਲਿਖਾਈਆਂ ਨੇ ਉਹ ਇੱਥੇ ਆ ਕੇ ਜ਼ੀਰੋ ਤੋਂ ਹੋ ਜਾਂਦੀਆਂ। ਹਾਂ, ਨੋ ਡਾਊਟ ਕਿ ਤੁਸੀਂ ਬਹੁਤ ਐਕਸਟਰਾ ਪੜ੍ਹੇ ਹੋ ਤੇ ਕੁਝ ਕੀਤਾ, ਫਿਰ ਵੀ ਤੁਹਾਨੂੰ ਇੱਥੇ ਆ ਕੇ ਉਹਦੀ ਇਵੈਲੂਏਸ਼ਨ ਕਰਾਉਣੀ ਪੈਣੀ ਹੈ। ਉਹ ਜੇ ਚੀਜ਼ਾਂ ਨੂੰ ਵੇਖਦੇ ਹੋਏ ਫਿਰ ਉਹਨਾਂ ਦੇ ਅਕੋਰਡਿੰਗਲੀ ਮੁਸੀਬਤਾਂ ਜੋ ਸਾਡੇ ਸਟੂਡੈਂਟਾਂ ਨੂੰ ਆਉਂਦੀਆਂ ਨੇ ਉਹਨਾਂ ਦੇ ਬਾਰੇ ਤੁਸੀਂ ਸਾਰਿਆਂ ਦਾ ਜ਼ਿਕਰ ਕੀਤਾ ਹੈ। ਇਹ ਜਿਹੜੀਆਂ ਪ੍ਰੋਬਲਮਸ ਲੋਕਾਂ ਨੂੰ ਲਗਭਗ ਕੋਸ਼ਿਸ਼ ਕੀਤੀ ਹੈ। ਕੋਈ ਖੂਬਸੂਰਤ ਕਵਿਤਾ ਜੋ ਸ਼ੇਅਰ ਕਰੋ। ਮੈਂ ਤੁਹਾਨੂੰ ਪੰਜਾਬ ਦੀ ਹੀ ਗੱਲ ਕਰਕੇ ਉਸੇ ਕਰਕੇ ਲਿਖ ਕੇ ਲਿਆ ਵੈਸੇ ਕਿ ਪੰਜਾਬ ਦੀ ਅਸੀਂ ਉਹ ਕਹੀਏ ਕਿ ਸਿਫਤ ਕੀਤੀ ਨਹੀਂ ਜਾ ਸਕਦੀ ਕਿਉਂਕਿ ਸਾਡੀ ਜੰਮਣ ਭੋਂ ਆ। ਤੇ ਖਾਸ ਕਰਕੇ ਜਿਹੜਾ ਹੁਣ ਟਾਈਮ ਚੱਲ ਰਿਹਾ ਜਦੋਂ ਸਾਡੇ ਪੰਜਾਬੀ ਜ਼ਬਰਦਸਤ ਸੰਘਰਸ਼ ਕਰ ਰਹੇ ਆ, ਉਸ ਟਾਈਮ ਨੂੰ ਵੇਖਦੇ ਹੋਏ ਅਸੀਂ ਇਹ ਤਾਂ ਨਹੀਂ ਕਹਿ ਸਕਦੇ। ਤੇ ਫਿਰ ਤੁਸੀਂ ਕਹਿਣਾ ਕਮੇਟੀ ਤੋਂ ਆਪਾਂ ਸ਼ੁਰੂ ਕਰਦੇ, ਬਾਕੀ ਦੇ ਲਿਖਤਾ ਜੋ ਤਾਜ਼ਾ ਕਮੇਟੀ ਦਾ ਲਿਖਿਆ। ਠੀਕ ਹੈ। ਉਹਦੀ ਗੱਲ ਕਰ ਲਈ ਕਿ ਮੈਂ ਲਿਖਿਆ ਸੀ ਕਿ ਬੱਚਾ ਹੋਵੇ ਕੋਈ ਨਾਰਮਲ ਜਿਹਾ ਨਾ ਜਿਸ ਤਰ੍ਹਾਂ ਆਮ ਜਿਹਾ, ਤੇ ਜੇ ਉਹਨੇ ਮੋਦੀ ਜੀ ਨੂੰ ਕਹਿਣਾ ਹੋਵੇ ਵੀ ਮੋਦੀ ਜੀ ਕੁਝ ਕਰ ਲਓ, ਤੇ ਕਿਉਂਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਨੋ ਡਾਊਟ ਸਤਿਕਾਰਯੋਗ ਨੇ, ਲੇਕਿਨ ਸਤਿਕਾਰਯੋਗ ਉਹੀ ਬੰਦਾ ਹੁੰਦਾ ਜਿਹੜਾ ਸਤਿਕਾਰ ਕਰਾ ਵੀ ਲਵੇ ਨਾ। ਹਾਂ, ਜਨਤਾ ਦਾ ਸਤਿਕਾਰ ਕਰੇ। ਹਾਂਜੀ ਹਾਂਜੀ। ਤੇ ਮੈਂ ਕਿਹਾ ਉਹਨੇ ਕਹਿਣਾ ਮੋਦੀ ਭਾਜੀ ਛੱਡੋ ਹੋ ਗਈ ਬੜੀ ਖਰਾਬੀ। ਹਾਂਜੀ, ਮੋਦੀ ਭਾਜੀ ਬੜੀ ਸੋਚੋ ਜੀ ਜੋ ਥੋੜਾ ਜਿਹਾ ਕੱਟਿਆ ਗਿਆ। ਹਾਂਜੀ, ਮੋਦੀ ਭਾਜੀ ਉਹਨੇ ਕਹਿਣਾ ਮੋਦੀ ਭਾਜੀ ਛੱਡੋ ਹੋ ਗਈ ਬੜੀ ਹੀ ਹਾਨੀ, ਛੱਡੋ ਹੋ ਗਈ ਬੜੀ ਮਨਮਾਨੀ, ਨਾਲ ਨਹੀਂ ਜਾਣਾ ਕਿਸੇ ਅਬਾਨੀ, ਤੁਸੀਂ ਵਪਾਰੀ ਅਸੀਂ ਕਿਸਾਨ, ਦੋਵਾਂ ਦਾ ਇਹ ਫਰਕ ਲਸਾਨੀ, ਮੋਦੀ ਭਾਜੀ ਹੁਣ ਤਾਂ ਹੋ ਗਈ ਬੜੀ ਹਾਨੀ। ਹਾਂਜੀ, ਤੇ ਉਹ ਇਹੀ ਚੱਕਰ ਹੈ ਕਿ ਉਹ ਚੀਜ਼ ਜਾਂਦੀ ਨਹੀਂ ਵਿੱਚੋਂ ਜੀ। ਫਿਰ ਕਦੀ ਮਨ 'ਚ ਖਿਆਲ ਆ ਜਾਂਦਾ ਵੀ ਚਲੋ ਟੋਣਾ ਲਾ ਹੀ ਜਾਓ ਜਾਂਦੇ ਜਿਵੇਂ ਪਿੱਛੇ ਜੇ ਕੰਗਣਾ ਰਣੌਤ ਦਾ ਜਿਹਨਾਂ ਦਾ ਝਗੜਾ ਹੋ ਗਿਆ ਸੀ। ਹਾਂਜੀ ਹਾਂਜੀ। ਤੇ ਉਹ ਮੈਂ 2 ਲਾਈਨਾਂ ਲਿਖੀਆਂ ਸੀ। ਝਗੜਾ ਤਾਂ ਕੋਈ ਨਹੀਂ ਸੀ, ਟਵਿੱਟਰ ਦਾ ਝਗੜਾ ਜਿਹਨੂੰ ਅਸੀਂ ਕਹਿੰਦੇ ਸ਼ਬਦੀ ਜੰਗ। ਠੀਕ ਹਾਂਜੀ। ਤੇ ਉਹ ਮੈਂ ਇੱਕ ਦੋ ਲਾਈਨਾਂ ਲਿਖੀਆਂ, ਲੋਕਾਂ ਨੇ ਬੜਾ ਵਧੀਆ ਰਿਸਪੌਂਸ ਦਿੱਤਾ। ਮੈਂ ਕਿਹਾ ਵੇਖੋ ਜੀ, ਦੂਜੀ ਬਵਾਸੀਰ ਦਾ ਇਲਾਜ ਹੈਗਾ ਲੇਕਿਨ ਮੂੰਹ ਦੀ ਬਵਾਸੀਰ ਦਾ ਕੋਈ ਇਲਾਜ ਨਹੀਂ। ਇਹ ਮੈਂ ਵੀ ਤੁਹਾਡੀ ਲਿਖਤ ਪੜ੍ਹੀ, ਮੈਂ ਬੜਾ ਹੈਰਾਨ ਹੋਇਆ ਵੀ ਇਹ ਗੱਲ ਕੀ ਹੈ। ਫਿਰ ਮੈਨੂੰ ਧਿਆਨ ਨਾਲ ਸਾਰਾ ਪੜ੍ਹਨਾ ਪਿਆ। ਹਾਂਜੀ, ਕਿਉਂਕਿ ਮੂੰਹ ਦੀ ਬਵਾਸੀਰ ਦਾ ਮਤਲਬ ਹੁੰਦਾ ਵੀ ਤੁਹਾਨੂੰ ਉਹ ਬਿਮਾਰੀ ਆ ਕਿ ਤੁਸੀਂ ਲਹੂ ਹੀ ਕੱਢਣਾ, ਜਦੋਂ ਕੱਢਣਾ ਮੂੰਹ ਰਾਹੀਂ ਤੁਸੀਂ ਚੰਗੇ ਸ਼ਬਦ ਕੱਢਣੇ, ਗੰਦੀ ਗੱਲ ਹੀ ਕਰਨੀ, ਚੰਗੀ ਨਹੀਂ ਕਰਨੀ। ਬਿਲਕੁਲ ਠੀਕ ਹੈ। ਤੇ ਮੈਨੂੰ ਉਹ ਫਿਰ ਵਧੀਆ ਲੱਗਦਾ ਜਦੋਂ ਇਸ ਤਰ੍ਹਾਂ ਲੋਕੀ ਕਰਦੇ ਆ ਨਾ, ਜਾਂ ਕਈ ਵਾਰ ਲੋਕੀ ਆਪਣੇ ਮਨ 'ਚ ਹੀ ਸੋਚ ਲੈਂਦੇ ਕਿ ਮੈਂ ਕਿਸੇ ਨੇ ਕਿਹਾ ਸਿਆਸੀ ਹੋ ਜਾ, ਵੀ ਸਿਆਸੀ ਹੁੰਦੇ ਜ਼ਿਆਦਾ ਲੋਕ। ਤੇ ਪਿੱਛੇ ਜਿਹੇ ਨਾ ਤੁਸੀਂ ਇੱਕ ਟ੍ਰੈਂਡ ਦੇਖਿਆ ਹੋਣਾ, ਸਾਡੇ ਨਾ ਹੀ ਮੈਂ ਲੈ ਦੇਣਾ ਸਦੀਕ ਸਾਹਿਬ ਆ ਗਏ, ਹੰਸ ਸਾਹਿਬ ਆ ਗਏ, ਇਹੋ ਜਿਹੇ ਬੰਦੇ ਆ ਗਏ ਵੀ ਜਿਨ੍ਹਾਂ ਦਾ ਉਸ ਤਰੀਕੇ ਨਾਲ ਜੋ ਉਹਨਾਂ ਨੇ ਕਰਨਾ ਸੀ ਉਹ ਨਹੀਂ ਕੀਤਾ। ਤੇ ਉਹ ਮੇਰੇ ਮਨ 'ਚ ਵੀ ਆਇਆ ਵੀ ਕਿਸੇ ਨੇ ਕਿਹਾ ਸਿਆਸੀ ਹੋ ਜਾ, ਨਕਲਾਂ ਕਰ ਮਰਾਸੀ ਹੋ ਜਾ, ਗਾਇਕ ਜਾਂ ਸਾਧ ਉਦਾਸੀ ਹੋ ਜਾ, ਕਿਉਂਕਿ ਸਾਧ ਵੀ ਬੜੇ ਤਰੱਕੀ 'ਚ ਨੇ, ਗਾਇਕ ਜਾਂ ਸਾਧ ਉਦਾਸੀ ਹੋ ਜਾ, ਫਿਰ ਨੋਟਾਂ ਦੀ ਥੋੜ ਨਹੀਂ, ਫਿਰ ਕੰਮ ਕਰਨ ਦੀ ਲੋੜ ਨਹੀਂ। ਕੀ ਬਾਤ ਹੈ। ਉਹਨੇ ਕਹਿੰਦੇ ਅਸੀਂ ਨਾਰਮਲੀ ਕਹਿ ਦਿੰਦੇ ਜੀ ਫਲਾਣਾ ਜੱਟ ਆ, ਫਲਾਣਾ ਪੰਡਤ ਆ, ਫਲਾਣਾ ਖੱਤਰੀ ਆ, ਅਸੀਂ ਕਾਸਟਾਂ ਤੋਂ ਕਈ ਵਾਰ ਸੰਬੋਧਨ ਕਰਦੇ ਵਧੀਆ ਨੇ। ਹਾਂਜੀ ਹਾਂਜੀ। ਉਹ ਕਹਿੰਦਾ ਜੱਟ ਬਾਹਮਣ ਤੇ ਖੱਤਰੀ ਕੀ ਨੇ, ਤੇਰੇ ਪਿੱਛੇ ਫਿਰਨੇ 20 ਨੇ।
ਜਦੋਂ 86 ਹੋ ਗਿਆ ਤੇ ਦੁਬਾਰਾ ਜੀ ਜੱਟ ਬ੍ਰਾਹਮਣ ਤੇ ਖੱਤਰੀ ਕੀ ਨੇ, ਤੇਰੇ ਪਿੱਛੇ ਫਿਰਨੇ ਵੀ ਨੇ, ਝੂਠ ਗੱਪ ਤੇ ਚੁਸਤ ਚਲਾਕੀ, ਥੋੜਾ ਜਿਹਾ ਖੁਲਾਸੀ ਹੋ ਜਾ, ਨਕਲਾਂ ਕਰ ਮਰਾਸੀ ਹੋ ਜਾ, ਕਿਸੇ ਨੇ ਕਿਹਾ ਸਿਆਸੀ ਹੋ ਜਾ। ਕਿਆ ਬਾਤ, ਬਹੁਤ ਖੂਬ। ਤੇ ਇਹ ਗੱਲਾਂ ਕਦੀ ਕਦੀ ਫਿਰ ਚੇਤੇ ਆ ਜਾਂਦੀਆਂ, ਫਿਰ ਆਖੀਦਾ ਵੀ ਚਲੋ ਜੀ ਤੇ ਕੋਈ ਗੱਲ ਨਹੀਂ। ਬਾਕੀ ਜਦੋਂ ਪੜ੍ਹੀਦਾ ਤੇ ਉਦੋਂ ਮੈਨੂੰ ਜਿਹੜੀ ਵਧੀਆ ਚੀਜ਼ ਲੱਗਦੀ ਆ। ਹਾਂਜੀ ਹਾਂਜੀ, ਆਪਾਂ ਸਮਾਂ ਸਾਡੇ ਕੋਲ ਹੈਗਾ ਥੋੜਾ ਜਿਹਾ ਹੋਰ, ਤੇ ਇੱਕ ਕਵਿਤਾ ਤੁਹਾਡੇ ਕੋਲ ਹੋਰ। ਹਾਂਜੀ ਹਾਂਜੀ, ਇੱਕ ਅੱਜ ਦੇ ਹਾਲਾਤਾਂ ਦੇ ਆਧਾਰ ਤੇ ਜੋ ਹੁਣ ਚੱਲ ਰਿਹਾ, ਚਾਹੇ ਅਸੀਂ ਕਿਸਾਨ ਹੋਈਏ ਜਾਂ ਨਾ ਹੋਈਏ, ਹਰ ਬੰਦੇ ਦਾ ਦਰਦ ਉਹਨਾਂ ਨਾਲ। ਠੀਕ ਹੈ। ਹਰ ਬੰਦੇ ਦਾ ਦਰਦ ਮਜ਼ਦੂਰ ਦੇ ਨਾਲ। ਉਹ ਜਿਹੜੀ ਕਿਸਾਨੀ ਜਿਸ ਅੰਦੋਲਨ ਚਲਾ ਰਹੀ ਆ, ਉਹਦਾ ਸਾਰਾ ਜਿਹੜਾ ਨਫਾ ਨੁਕਸਾਨ ਜੇ ਸੋਚਿਆ ਜਾਵੇ ਤੇ ਸਾਨੂੰ ਵੀ ਇਹ ਨਵਿਆਂ ਕਾਨੂੰਨਾਂ ਦੇ ਨਾਲ ਸਾਨੂੰ ਵੀ ਨੁਕਸਾਨ ਹੈਗਾ, ਸਾਰਿਆਂ ਨੂੰ ਹੀ ਹੈ ਜੀ। ਮੈਨੂੰ ਤਾਂ ਲੱਗਦਾ ਹੁੰਦਾ ਕਿਸਾਨ ਸਾਡੇ ਵਾਸਤੇ ਲੜਦੇ ਪਏ, ਸਾਡੇ ਕੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਵੀ ਲੜ ਰਹੇ। ਮੈਂ ਤਾਂ ਕਈ ਵਾਰ ਦੋਸਤਾਂ ਮਿੱਤਰਾਂ ਨੂੰ ਕਹਿੰਦਾ ਹੁੰਦਾ ਵੀ ਅਸੀਂ ਜ਼ਮੀਨ ਦਾ ਜੀ ਠੇਕਾ ਲੈ ਲੈਨੇ। ਮੈਂ ਕਿਹਾ ਜੀ ਜ਼ਮੀਨ ਹੀ ਨਾ ਲਈ, ਠੇਕਾ ਕਾਹਦਾ? ਉਹ ਕਿਸੇ ਬੰਦੇ ਨੇ ਸੱਚ ਕਿਹਾ ਸੀ ਨਾ, ਉਹ ਕਹਿੰਦਾ ਸਾਡੇ ਚ ਨਹੀਂ ਏਕਾ, ਸ਼ਰਾਬੀਆਂ ਚ ਏਕਾ। ਉਹ ਕਹਿੰਦਾ ਜਿੰਨੇ ਮਰਜ਼ੀ ਸ਼ਰਾਬੀ ਹੋਣ ਲੱਭ ਲੈਂਦੇ ਠੇਕਾ। ਏਕਾ ਕਿੱਥੇ ਆ? ਉੱਥੇ ਫਲਾਣੇ ਥਾਂ ਮਿਲਦੀ ਆ। ਕਿਹਦੇ? ਉਹ ਫਲਾਣੇ ਥਾਂ। ਕਿਸੇ ਆਮ ਬੰਦੇ ਨੂੰ ਨੋਰਮਲ ਰਸਤਾ ਪੁੱਛ ਕੇ ਉਹ ਕਹਿੰਦਾ ਯਾਰ ਮੈਨੂੰ ਨਹੀਂ ਪਤਾ, ਟਾਈਮ ਹੀ ਨਹੀਂ। ਸ਼ਰਾਬੀ ਨੂੰ ਅਮਲੀ ਨੂੰ ਪੂਰਾ ਬਚਾ ਕੇ। ਤੇ ਉਹ ਮੈਂ ਚੰਦ ਲਾਈਨਾਂ ਲਿਖੀਆਂ ਸੀ ਕਿ ਜੋ ਇਨਸਾਫ ਨਾ ਦੇਵੇ ਉਹ ਸਰਕਾਰ ਕੀ ਕਰਨੀ, ਜੋ ਇਨਸਾਫ ਨਾ ਦੇਵੇ ਉਹ ਸਰਕਾਰ ਕੀ ਕਰਨੀ, ਫਰਿਆਦ ਯਾਰੋ ਚੋਰਾਂ ਦੇ ਦਰਬਾਰ ਕੀ ਕਰਨੀ। ਕੀ ਬਾਤ ਹੈ ਵੀ ਜਿਹੜੀ ਇਨਸਾਫ ਹੀ ਨਹੀਂ ਦਿੰਦੀ ਉਹਦੇ ਕਿ ਸਟਾਇਰ ਮਾਰਨਾ ਨਹੀਂ ਹਟਦਾ। ਨਹੀਂ ਹੁਣ ਕੀ ਕਰੀਏ, ਜੇ ਬਿਮਾਰੀ ਆਏ ਤੇ ਨਾਲ ਹੀ ਜਾਊਗੀ। ਠੀਕ ਹੈ, ਨਹੀਂ ਗੱਲ ਵਧੀਆ। ਜੋ ਇਨਸਾਫ ਨਾ ਦੇਵੇ ਉਹ ਸਰਕਾਰ ਕੀ ਕਰਨੀ, ਫਰਿਆਦ ਯਾਰੋ ਚੋਰਾਂ ਦੇ ਦਰਬਾਰ ਕੀ ਕਰਨੀ, ਜਿੱਥੇ ਕਾਨੂੰਨ ਅੰਨਾ ਤੇ ਲੋਕ ਵੀ ਹੋਣ ਗੂੰਗੇ। ਹੁਣ ਵੇਖੋ ਕਾਨੂੰਨ ਤੇ ਚਲੋ ਅੰਨਾ ਹੋ ਹੀ ਗਿਆ, ਬੋਲਣਾ ਜਿਸ ਤਰ੍ਹਾਂ ਹੁਣ ਪੰਜਾਬੀ ਬੋਲਣਾ ਚਾਹੀਦਾ ਹਰ ਬੰਦੇ। ਜਿੱਥੇ ਕਾਨੂੰਨ ਅੰਨਾ ਤੇ ਲੋਕ ਵੀ ਹੋਣ ਗੂੰਗੇ, ਜਿਉਂਦੇ ਮੁਰਦਿਆਂ ਨੇ ਜੇ ਤਿਹਾਰ ਕੀ ਕਰਨੀ। ਵੀ ਜਿਹੜੇ ਜਿਉਂਦੇ ਮਰ ਗਏ ਨੇ, ਜਿਉਂਦੇ ਮੁਰਦਿਆਂ ਨੇ ਜੇ ਤਿਹਾਰ ਕੀ ਕਰਨੀ, ਤੇ ਫਰਿਆਦ ਯਾਰੋ ਚੋਰਾਂ ਦੇ ਦਰਬਾਰ ਕੀ ਕਰਨੀ। ਜਿੱਥੇ ਆਪਣੇ ਹੱਥੀਂ ਆਪ ਹੀ ਬੀਜੀਏ ਕੰਢੇ, ਕਿਉਂਕਿ ਅਸੀਂ ਵੋਟਾਂ ਪਾਈਆਂ। ਹੁਣ ਮੈਂ ਕਹਿੰਦਾ ਜੀ ਮੈਂ ਨਹੀਂ ਪਾਈਆਂ, ਦੂਜਾ ਕਹਿੰਦਾ ਮੈਂ ਨਹੀਂ ਪਾਈਆਂ, ਬਣ ਕਿੱਥੋਂ ਗਏ? ਕਿਸੇ ਨੇ ਤਾਂ ਪਾਈਆਂ। ਬਿਲਕੁਲ ਪਾਈਆਂ, ਲੋਕਾਂ ਨੇ ਵੋਟਾਂ ਪਾਈਆਂ ਤਾਂ ਹੀ ਬਣਿਆ ਜੀ। ਆਪਣੇ ਹੱਥੀਂ, ਜਿੱਥੇ ਆਪਣੇ ਹੱਥੀਂ ਆਪ ਹੀ ਬੀਜੀਏ ਕੰਢੇ, ਜਿੱਥੇ ਧਰਮਾਂ ਤੇ ਜਾਤਾਂ 'ਚ ਲੋਕ ਹੋਣ ਵੰਡੇ। ਹੁਣ ਜੇ ਅਸੀਂ ਬੀਜੇਪੀ ਨੂੰ ਸਪੋਰਟ ਕਰਾਂਗੇ ਜੀ, ਅਸੀਂ ਹਿੰਦੂ ਹੁੰਦੇ, ਜੇ ਅਸੀਂ ਅਕਾਲੀਆਂ ਨੂੰ ਸਪੋਰਟ ਕਰਾਂਗੇ ਸਿੱਖ ਹੁੰਦੇ, ਅਸੀਂ ਕਾਂਗਰਸ ਨੂੰ ਸਪੋਰਟ ਕਰਾਂਗੇ ਫਲਾਣੀ ਕੌਮ ਤੋਂ। ਜਦੋਂ ਤੁਸੀਂ ਆਪ ਹੀ ਵੰਡੇ ਗਏ ਤੇ ਉਹਨਾਂ ਤੇ ਆਪੇ ਤੁਹਾਡੇ ਤੇ ਰਾਜ ਹੀ ਕਰਨਾ, ਉਹ ਮੌਕਾ ਭਾਲ ਲਿਆ। ਹਾਂਜੀ, ਜਿੱਥੇ ਧਰਮਾਂ ਤੇ ਜਾਤਾਂ 'ਚ ਲੋਕ ਹੋਣ ਵੰਡੇ, ਜੋ ਬੋਤਲ ਤੇ ਪੈਸਿਆਂ ਤੇ ਵੇਚਣ ਜ਼ਮੀਰਾਂ, ਉਹਨਾਂ ਨੇ ਫਿਰ ਹੱਕ ਦੀ ਪੁਕਾਰ ਕੀ ਕਰਨੀ। ਕੀ ਬਾਤ ਹੈ, ਬਹੁਤ ਖੂਬ, ਬਹੁਤ ਖੂਬ। ਫਰਿਆਦ ਯਾਰੋ ਚੋਰਾਂ ਦੇ ਦਰਬਾਰ ਕੀ ਕਰਨੀ, ਜਿੱਥੇ ਇਨਸਾਫ ਨਾ ਹੋਵੇ ਉਹ ਸਰਕਾਰ ਕੀ ਕਰਨੀ। ਇਹ ਹੁਣ ਤੁਸੀਂ ਬਿਲਕੁਲ ਅਜੇ ਆਪਣੇ ਕੋਲ ਪੇਪਰ ਵੀ ਤਾਜ਼ਾ ਹੈ ਤੇ ਤਾਜ਼ਾ ਹੀ ਲਿਖਿਆ ਸੀ। ਤੁਸੀਂ ਸਿਹਾਰੀਆਂ ਬਿਹਾਰੀਆਂ ਬਦਲ ਰਹੇ ਆ ਜੀ। ਹੁਣ ਵੇਖੋ ਕਰੈਕਟਰ ਕਿਹੜੇ ਨੇ ਲੋਕਾਂ ਦੇ, ਜਿਹੜੇ ਅਸੀਂ ਫਲਾਣੇ ਕਹਿ ਦਿੰਦੇ ਜੀ ਫਲਾਣਾ ਲੀਡਰ ਨੇਤਾ ਕਰੈਕਟਰਲੈਸ ਚੁਣ ਲਿਆ, ਉਹ ਬੇਈਮਾਨ ਆ ਜੀ, ਉਹ ਰਿਸ਼ਵਤ ਖਾਂਦਾ। ਦੇਹਾਂ ਦੇ ਵਪਾਰੀ, ਕਾਤਲ ਚੋਰ ਡਾਕੂ, ਲੀਡਰ ਧਰਮਾਗੂ, ਸੰਵਿਧਾਨ ਦੇ ਲੜਾਕੂ। ਵੀ ਕੋਈ ਤੇ ਬੰਦਾ ਸਵਾਦਾ ਚੁਣ ਲਓ, ਲੀਡਰ ਵੀ ਤੁਸੀਂ ਉਹੋ ਜਿਹੇ ਚੁਣ ਲਏ ਤੇ ਜਿਹੜੇ ਧਰਮ ਦੇ ਆਗੂ ਵੀ ਉਹੋ ਜਿਹੇ। ਬਿਲਕੁਲ ਬਿਲਕੁਲ ਤੁਹਾਡੀ ਗੱਲ ਠੀਕ। ਦੇਹਾਂ ਦੇ ਵਪਾਰੀ, ਕਾਤਲ ਚੋਰ ਤੇ ਡਾਕੂ, ਲੀਡਰ ਧਰਮ ਆਗੂ, ਸੰਵਿਧਾਨ ਦੇ ਲੜਾਕੂ। ਵੀ ਜਿਨ੍ਹਾਂ ਨੂੰ ਤੁਸੀਂ ਉਹ ਫਲਾਣਾ ਜੱਜ ਬਣ ਗਿਆ, ਢਿੰਗੜਾ ਜੱਜ ਬਣ ਗਿਆ, ਅੱਜ ਤੱਕ ਕੋਈ ਇਨਸਾਫ ਨਹੀਂ ਹੋਇਆ। ਸਿਰਫ ਉਹ ਕੀ ਬਣਾਉਂਦੇ ਨੇ, ਉਹ ਜਿਹੜਾ ਪੈਨਲ ਪੂਨਲ ਜਿਹਾ, ਬਸ ਬਾਅਦ ਚ ਨਿਕਲਦਾ ਕੁਛ ਨਹੀਂ, ਉਹ ਪੈਨਲ ਹੀ ਰਹਿ ਜਾਂਦਾ। ਸਿੱਟ ਬਣਾਤੀ। ਪੱਗਾਂ ਚੁੰਨੀਆਂ ਤੇ ਟੋਪੀਆਂ ਲਾ ਕੇ ਕੁੱਟਦੇ। ਵੇਖੋ ਇਹ ਨਹੀਂ ਜ਼ਰੂਰੀ ਬਿਲਕੁਲ ਸਿੱਖਾਂ ਨੂੰ ਕੁੱਟਦੇ ਆ, ਮੰਤਰੀਆਂ ਨੇ ਕੰਮ ਕੀਤਾ। ਜਿੰਨੇ ਅਧਿਆਪਕ ਨੇ, ਜਿੰਨੀਆਂ ਸਾਡੀਆਂ ਭੈਣਾਂ ਨਰਸਾਂ ਨੇ, ਜਿੰਨੀਆਂ ਸਾਡੀਆਂ ਭੈਣਾਂ JBD ਟੀਚਰਾਂ ਨੇ, ਸਾਰੀਆਂ ਕੁੱਟੀਆਂ ਗਈਆਂ। ਔਰ ਕੁੱਟਿਆ ਉਹੀ ਗੱਲ, ਮਿਨਿਸਟਰਾਂ ਨੇ ਕੁੱਟਿਆ, ਪੁਲਿਸ ਕੁੱਟੇ ਤਾਂ ਹੋਰ ਗੱਲ ਹੈ। ਬਿਲਕੁਲ ਬਿਲਕੁਲ ਜੀ। ਪੱਗਾਂ ਚੁੰਨੀਆਂ ਤੇ ਟੋਪੀਆਂ ਨੂੰ ਲਾ ਕੇ ਨੇ ਕੁੱਟਦੇ, ਫਿਰ ਹਰ ਗਲਤੀ ਹਰ ਵਾਰ ਸਵੀਕਾਰ ਕੀ ਕਰਨੀ, ਫਰਿਆਦ ਚੋਰਾਂ ਦੇ ਦਰਬਾਰ ਕੀ ਕਰਨੀ। ਅਸੀਂ ਸਿਰ ਤੇ ਬਿਠਾਏ ਛਿੱਤਰ ਡਾਂਗਾ ਵਾਲੇ। ਅਸੀਂ ਕੋਸ਼ਿਸ਼ ਕੀਤੀ ਵੀ ਸਿਰ ਤੇ ਉਹਨਾਂ ਬੰਦੇ ਨੂੰ ਬਹਾ ਲਿਆ ਜਿਹਨਾਂ ਦਾ ਛਿੱਤਰ ਕਾਇਮ ਹੈ ਤੇ ਜਿਹਨਾਂ ਦਾ ਡਾਂਗ ਕਾਇਮ ਹੈ। ਅਸੀਂ ਸਿਰ ਤੇ ਬਿਠਾਏ ਛਿੱਤਰ ਡਾਂਗਾ ਵਾਲੇ, ਇਹ ਨਕਲਚੀ ਗਵਈਏ ਅਨਪੜ੍ਹ ਸਵਾਂਗਾ ਵਾਲੇ। ਜਿਵੇਂ ਤੁਹਾਨੂੰ ਪਹਿਲਾਂ ਦੱਸਦਾ ਵੀ ਜਿਹਨਾਂ ਕੀਤਾ, ਇਹ ਨਕਲਚੀ ਗਵਈਏ ਅਨਪੜ੍ਹ ਸਵਾਂਗਾ ਵਾਲੇ, ਸਾਡਾ ਪੈਸਾ ਭਵਿੱਖ ਤੇ ਦੇਸ਼ ਵੀ ਲੁੱਟਿਆ। ਬਲ ਜੋ ਆਪਣਿਆਂ ਨੂੰ ਵੱਢੇ ਉਹ ਤਲਵਾਰ ਕੀ ਕਰਨੀ।
ਬਾਲੇ ਜੋ ਆਪਣਿਆਂ ਨੂੰ ਵੱਡੇ ਤਲਵਾਰ ਕੀ ਕਰਨੀ। ਬਹੁਤ ਖੂਬ, ਬਹੁਤ ਖੂਬ। ਫਰਿਆਦ ਚੋਰਾਂ ਦੀ ਤੁਸੀਂ ਬਹੁਤ ਕਮਾਲ ਦਾ ਲਿਖਦੇ ਹੋ। ਨਹੀਂ ਜੀ, ਮੈਨੂੰ ਤਾਂ ਲੱਗਦਾ ਸੀ ਵੀ ਇਕੱਲੇ ਤੁਸੀਂ ਉਹ ਹੈਗੇ ਕਮੇਡੀਅਨ ਹੋ। ਉਹ ਕਹਿੰਦੇ ਨਾ ਵੀ ਮੈਂ ਲਫ਼ਜ਼ ਕੋ ਹੋਰ ਲੱਗਾ ਸੀ ਕਹਿਣ, ਪਰ ਮੈਂ ਕੁੱਟ ਲਿਆ। ਨਹੀਂ ਵਧੀਆ ਉਹ ਮੈਨੂੰ ਆਪ ਬੜਾ ਵਧੀਆ ਲੱਗਦਾ। ਸਾਡੇ ਜਿਹੜੇ ਕਈ ਵਾਰ ਬਜ਼ੁਰਗ ਆ ਨਾ, ਉਹ ਤੁਹਾਨੂੰ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਪੁਲਿਸ 'ਚ ਨੇ, ਤੇ ਉਹ ਇਹੋ ਹੀ ਗੱਲ ਕਹਿੰਦੇ ਨੇ। ਉਹ ਕਹਿੰਦੇ ਸਾਡੇ ਘਰ ਭੰਡ ਜੰਮਿਆ। ਭੰਡ ਜੰਮਿਆ ਨਹੀਂ, ਖੈਰ ਜੀ, ਭੰਡ ਦੇ ਘਰ ਭੰਡ ਜੰਮੇ ਉਹ ਹੋਰ ਗੱਲ ਹੈ, ਪਰ ਇੱਕ ਭੰਡ ਪੁਣਾ ਕਰਨਾ, ਭੰਡ ਬਣ ਕੇ, ਭੰਡ ਦਾ ਅਸਲ 'ਚ ਕੀ ਹੁੰਦਾ? ਭੰਡਣਾ। ਇਹ ਤੁਹਾਡੀ ਕਿਸੇ ਨੂੰ ਬੇਪਰਦ ਕਰਨਾ। ਤੁਸੀਂ ਸਮਾਜ ਦੇ ਕੋਝ ਨੂੰ ਬੇਪਰਦ ਕਰਨ ਦਾ ਰੋਲ ਜਿਹੜਾ ਕੀਤਾ, ਅੱਗੇ ਵੀ ਕੀਤਾ। ਹੁਣ ਤੁਸੀਂ ਆ ਲੇਖਣੀ ਦੇ ਵਿੱਚ ਵੀ ਦਿਖਾ ਦਿੱਤੀ ਗੱਲ, ਜਿਹੜੀ ਤੁਸੀਂ ਕਵਿਤਾ ਹੁਣੇ ਪੜ੍ਹੀ ਆ ਜਾਂ ਇਸ ਤੋਂ ਪਹਿਲਾਂ ਤੁਸੀਂ 4 ਲਾਈਨਾਂ ਬੋਲੀਆਂ, ਉਹਦੇ ਤੁਸੀਂ ਸਮਾਜ ਸਾਡੇ ਦੇ ਕੋਝ ਨੂੰ ਨੰਗਿਆਂ ਕੀਤਾ, ਸਾਡੇ ਇਸ ਸਿਸਟਮ ਨੂੰ ਨੰਗਿਆਂ ਕੀਤਾ, ਜਿਹੜਾ ਸਿਸਟਮ ਸਾਡੇ ਲੋਕਾਂ ਦੇ ਲਈ ਕਿੰਨਾ ਨੁਕਸਾਨਦਾਇਕ ਹੈਗਾ। ਇਹ ਇਸ ਮੂਵਮੈਂਟ ਨੇ ਸਾਬਤ ਕਰਤਾ। ਇਹੀ ਮੈਂ ਫਰਿਆਦ ਕਰਾਂਗਾ ਜੀ ਵਾਇਸ ਆਫ ਇੰਡੀਆ ਦੇ ਥਰੂ ਲੋਕਾਂ ਨੂੰ, ਵੀ ਕੋਸ਼ਿਸ਼ ਕਰਿਆ ਕਰੋ ਪੰਜਾਬੀ ਲਿਖਦੇ ਪੰਜਾਬੀ ਲਿਖੋ, ਉਹਦੇ 'ਚ ਅਰਬੀ ਉਰਦੂ, ਮੈਨੂੰ ਵੀ ਅਰਬੀ ਆਉਂਦੀ ਆ, ਉਰਦੂ ਆਉਂਦਾ ਆ ਮੈਨੂੰ ਵੀ, ਜਾਹਿਲ ਵਾਜਿਬ ਜਾਂ ਕਾਦਰ, ਜੋ ਵੀ ਹਾਫਿਜ਼ ਨਾਫਿਜ਼ ਸ਼ਬਦ ਸਭ ਆਉਂਦੇ, ਲੇਕਿਨ ਕੋਸ਼ਿਸ਼ ਕਰੋ ਇਹ ਪੰਜਾਬੀ ਲਿਖਦੇ ਪੰਜਾਬੀ ਸ਼ੁੱਧ ਪੰਜਾਬੀ 'ਚ। ਬੜੇ ਲਫ਼ਜ਼ ਹੈਗੇ ਆ, ਬੜੇ ਪਿਆਰੇ ਆ। ਦੂਜੀ ਕੋਸ਼ਿਸ਼ ਕਰੋ ਜੀ, ਬਥੇਰੇ ਸਾਰੇ ਲੋਕੀ ਲਿਖ ਲੈ, ਅਸੀਂ ਵੀ ਲਿਖ ਲੈਂਦੇ ਹਾਂ, ਸੋਹਣੀਆਂ ਨੇ ਪਿੰਡ ਮਿੱਤਰਾਂ ਦਾ ਜੋ ਮਰਜੀ, ਲੇਕਿਨ ਕੋਸ਼ਿਸ਼ ਕਰੋ ਜੋ ਹਾਲਾਤ ਆ, ਜੋ ਦਰਦ ਆ ਲੋਕਾਂ ਦਾ, ਕੋਸ਼ਿਸ਼ ਕਰੋ ਜਦੋਂ ਇੱਕ ਉਮਰ ਹੋ ਜਾਂਦੀ ਉਹੀ ਬਿਆਨ ਕਰੋ, ਸਾਦਗੀ ਭਾਸ਼ਾ ਵਿੱਚ, ਸਾਦੀ ਮੁਰਾਦੀ ਭਾਸ਼ਾ 'ਚ ਉਹੀ ਬਿਆਨ ਕਰੋ। ਤੁਸੀਂ ਗੁਰਮਿੰਦਰ ਜੀ ਬਾਲ ਸਾਹਿਬ ਬਹੁਤ ਵਧੀਆ ਇਨਸਾਨ ਹੋ, ਬਹੁਤ ਵਧੀਆ ਕਮੇਡੀਅਨ ਹੋ, ਔਰ ਅੱਜ ਤੁਹਾਡਾ ਇਹ ਰੂਪ ਦੇਖ ਕੇ ਕਵਿਤਾ ਵਾਲਾ ਤੇ ਮੈਨੂੰ ਹੋਰ ਵੀ ਬਹੁਤ ਜ਼ਿਆਦਾ ਮਾਣ ਹੋਇਆ। ਬਹੁਤ ਮਿਹਰਬਾਨੀ। ਤੇ ਤੁਸੀਂ ਸਮਾਂ ਕੱਢਿਆ ਜੀ, ਸਾਡੇ ਸਟੂਡੀਓ 'ਚ ਆਏ ਹੋ, ਬਹੁਤ ਅੱਛੇ ਅੱਛੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ ਦਾ ਮੌਕਾ ਮਿਲਿਆ, ਤੇ ਆਉਣ ਵਾਲੇ ਦਿਨਾਂ 'ਚ ਕਦੀ ਫਿਰ ਸਬੱਬ ਬਣਿਆ ਆਪਾਂ ਫਿਰ ਦੁਬਾਰਾ ਮਹਿਫਲ 'ਚ ਜਾਵਾਂਗੇ। ਥੈਂਕ ਯੂ ਵੈਰੀ ਮਚ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਬਹੁਤ